ਗੁਰੂ ਨਾਨਕ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪਰਕਾਸਕ ਸ਼੍ਰੀ ਹਰਿ ਰਾਏ ਨਾਮੋ ਕਾਰ ਜੋਰੀ ਨਾਮੋ ਕਾਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਦੋਹਰਾ ਨਿਸਾ ਬਿਤਾਈ ਸ਼੍ਰੀ ਸਤਿਗੁਰੂ ਕਰ ਕੈ ਸੋਚ ਇਸ਼ਨਾਨ ਗਏ ਬਠਿੰਡੇ ਦੁਰਗ ਕੋ ਦੇਖਿਓ ਜਾਏ ਮਹਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਆਦਬ ਸਤਕਾਰ ਔਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇਹ ਕਲਿਆਣਕਾਰੀ ਕਥਾ ਹੈ। ਜਿਸ ਕਥਾ ਨੂੰ ਸਰਵਣ ਕਰਕੇ ਹਿਰਦੇ ਦੀ ਅੰਤਸ਼ਕਰਣ ਦੀ ਮੈਲ ਉਹ ਨਿਰਵਿਰਤ ਹੁੰਦੀ ਹੈ। ਨਿਰੰਕਾਰ ਦੀ ਕਥਾ ਹੈ, ਕਿਉਂਕਿ ਕਲਗੀਧਰ ਤੇ ਨਿਰੰਕਾਰ ਵਿੱਚ ਕੋਈ ਫਰਕ ਨਹੀਂ, ਨਿਰੰਕਾਰ ਦਾ ਹੀ ਰੂਪ ਹਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਡੱਲੇ ਨੂੰ ਕਹਿਣ ਲੱਗੇ, ਭਾਈ ਡੱਲਾ ਜੀ ਅਸੀਂ ਬਠਿੰਡੇ ਦਾ ਕਿਲ੍ਹਾ ਵੇਖਣਾ ਚਾਹੁੰਦੇ ਹਾਂ। ਮਹਾਰਾਜ ਜੀ ਕਹਿਣ ਲੱਗੇ ਜਿੱਥੇ ਡੱਲੇ ਦਾ ਕਿਲ੍ਹਾ ਵੇਖਣਾ ਉੱਥੇ ਭਾਈ ਰਾਮ ਸਿੰਘ ਦੇ ਘਰ ਵੀ ਜਾਣਾ। ਡੱਲੇ ਨੇ ਬੇਨਤੀ ਕੀਤੀ, ਮਹਾਰਾਜ ਉਹ ਕਿਲ੍ਹਾ ਟੱਠਾ ਹੋਇਆ, ਵੇਖਣਾ ਚਾਹੁੰਦੇ ਹੋ, ਆਪ ਜੀ ਦੀ ਮੌਜ ਹੈ। ਸਤਿਗੁਰੂ ਜੀ ਚੱਲੇ, ਪਹਿਲਾਂ ਭਾਈ ਰਾਮ ਸਿੰਘ ਜੀ ਦੇ ਨਗਰ ਭਾਈ ਕੇ ਚੱਕ ਉਤਰੇ। ਇੱਥੇ ਆਣ ਕੇ ਉਤਾਰਾ ਕੀਤਾ, ਰਾਮ ਸਿੰਘ ਹੋਣਾ ਤੇ ਖੁਸ਼ੀਆਂ ਕੀਤੀਆਂ। ਰਾਮ ਸਿੰਘ ਦੀ ਮਤਰਈ ਮਾਂ ਸੀ ਭਾਈ ਬਖਤ ਸਿੰਘ ਤੇ ਤਖਤ ਸਿੰਘ ਦੀ ਮਾਤਾ, ਉਹਦੇ ਨਾਲ ਰਾਮ ਸਿੰਘ ਹੋਣਾ ਦੀ ਕੁਝ ਬਣਦੀ ਨਹੀਂ ਸੀ। ਉਹਨੇ ਸੰਕਲਪ ਕੀਤਾ ਕਿ ਮੈਂ ਰਾਮ ਸਿੰਘ ਦੇ ਘਰ ਜਾ ਕੇ ਨਹੀਂ ਗੁਰੂ ਜੀ ਦੇ ਦਰਸ਼ਨ ਕਰਨੇ, ਸਤਿਗੁਰੂ ਜੀ ਮੇਰੇ ਘਰ ਆ ਕੇ ਦਰਸ਼ਨ ਦੇਣ। ਉਸ ਮਾਈ ਦੀ ਭਾਵਨਾ ਪੂਰੀ ਕੀਤੀ, ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਰਾਮ ਸਿੰਘ ਹੋਣਾ ਦੇ ਮਨ ਵਿੱਚ ਥੋੜਾ ਜਿਹਾ ਉਹਨਾਂ ਪ੍ਰਤੀ ਦਵੈਸ਼ ਸੀ, ਸ਼ਰੀਕੇਬਾਜ਼ੀ ਸੀ। ਕਲਗੀਧਰ ਜੀ ਨੇ ਇਹਨਾਂ ਦੀ ਦਵੈਸ਼ ਕੱਢੀ। ਉਧਰੋਂ ਪੁੱਛੋ ਨਗਰ ਤੋਂ ਦਿਆਲਦਾਸ ਆਇਆ, ਸਤਿਗੁਰਾਂ ਨੇ ਉਹਨੂੰ ਮੂੰਹ ਨਹੀਂ ਲਾਇਆ। ਇਹ ਰਾਮ ਸਿੰਘ ਹੋਣਾ ਦਾ ਚਾਚਾ ਸੀ, ਕਿਉਂਕਿ ਦਿਆਲਦਾਸ ਨੂੰ ਸਤਿਗੁਰਾਂ ਨੇ ਕਿਹਾ ਸੀ ਦਿਆਲ ਸਿੰਘ ਬਣ ਜਾ, ਤੇ ਇਹਨੇ ਬਚਨ ਨਹੀਂ ਮੰਨਿਆ। ਪੁੱਛੋ ਜਾ ਕੇ ਨੇ ਲੰਗਰ ਪ੍ਰਸ਼ਾਦਾ ਤਿਆਰ ਕਰ ਰੱਖਿਆ। ਸਤਿਗੁਰੂ ਜੀ ਫਿਰ ਵੀ ਇਹਦੇ ਘਰ ਨਹੀਂ ਗਏ, ਬਾਹਰ ਇੱਕ ਸਿੱਖ ਦੇ ਘਰ ਉਤਾਰਾ ਕਰਕੇ ਉੱਥੋਂ ਅੱਗੇ ਵਿਦਾ ਹੋ ਗਏ। ਫਿਰ ਰਾਮ ਸਿੰਘ ਨੇ ਆਖਿਆ ਕਿ ਰਸਤਾਂ ਬਸਤਾਂ ਗੱਡਿਆਂ ਤੇ ਲੱਦ ਕੇ ਨਾਲ ਲੈ ਚੱਲ, ਜਿੱਧਰ ਜਿੱਧਰ ਜਾਣਗੇ ਪਿੱਛੇ ਪਿੱਛੇ ਟੁਰੀ ਚੱਲੀ, ਕਦੇ ਤੇ ਉਹਨਾਂ ਦੇ ਮਨ 'ਚ ਰਹਿਮ ਆਵੇਗਾ ਤੇ ਤੈਨੂੰ ਬਖਸ਼ ਲੈਣਗੇ। ਇਸੇ ਤਰ੍ਹਾਂ ਇਹਨਾਂ ਦੇ ਵਡੇਰੇ ਭਾਈ ਗੋਰੇ ਨੇ ਕੀਤਾ ਸੀ। ਜਦੋਂ ਗੋਰੇ ਨੂੰ ਸ਼ਰਾਪ ਦਿੱਤਾ ਸੀ ਨਾ ਗੁਰੂ ਹਰਿਰਾਏ ਸਾਹਿਬ ਨੇ, ਤੇ ਉਹ ਵੀ ਪਿੱਛੇ ਪਿੱਛੇ ਹੀ ਡੇਰਾ ਰੱਖਦਾ ਸੀ। ਸਤਿਗੁਰਾਂ ਨੇ ਜਦੋਂ ਉੱਤਰ ਜਾਣਾ, ਉਹਨੇ ਕੁਝ ਦੂਰੀ ਤੇ ਪਹਿਲਾਂ ਆਪਣਾ ਡੇਰਾ ਕਰ ਲੈਣਾ, ਕਿਉਂਕਿ ਗੁਰੂ ਹਰਿਰਾਏ ਸਾਹਿਬ ਦਾ ਹੁਕਮ ਸੀ ਸਾਡੇ ਮੂੰਹ ਨਾ ਲੱਗੇ। ਸਾਡੇ ਚੌਰ ਬਰਦਾਰ ਦਾ ਕਤਲ ਕੀਤਾ ਭਾਈ ਜੱਸੇ ਦਾ। ਉਦਾਂ ਹੀ ਰਾਮ ਸਿੰਘ ਨੇ ਆਪਣੇ ਬਜ਼ੁਰਗਾਂ ਦੀ ਜਿਹੜੀ ਪਾਈ ਪੈੜ ਸੀ ਉਹਦੇ ਮੁਤਾਬਕ ਹੀ ਕਿਹਾ, ਦਿਆਲਦਾਸ ਤੋਂ ਵੀ ਲੈ ਕੇ ਰਸਤਾਂ ਬਸਤਾਂ ਪਿੱਛੇ ਟੁਰਿਆ ਚੱਲ, ਲੰਗਰ ਪ੍ਰਸ਼ਾਦਾ ਲੱਦ ਲੈ, ਸਤਿਗੁਰੂ ਜੀ ਦੀ ਮਨ ਦੀ ਮੌਜ ਆਏਗੀ, ਆਪੇ ਬਖਸ਼ ਲੈਣਗੇ, ਬਖਸ਼ਣਹਾਰ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਪੁੱਛੋ ਆਦਿਕ ਨਗਰਾਂ ਨੂੰ ਪਵਿੱਤਰ ਕਰਦਿਆਂ ਬਠਿੰਡੇ ਪਹੁੰਚ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ। ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਸਬਿਤਾਈ ਸ਼੍ਰੀ ਸਤਿਗੁਰੂ ਕਰ ਕੈ ਸੋਚ ਇਸ਼ਨਾਨ। ਸਤਿਗੁਰੂ ਜੀ ਨੇ ਪੁੱਛੋ ਨਗਰ ਦੇ ਵਿੱਚ ਰਾਤ ਬਤੀਤ ਕੀਤੀ ਹੈ। ਅੰਮ੍ਰਿਤ ਵੇਲੇ ਉੱਠੇ ਨੇ, ਉੱਠ ਕੇ ਸਾਹਿਬ ਨੇ ਸੋਚ ਇਸ਼ਨਾਨ ਕੀਤਾ ਹੈ। ਗਏ ਬਠਿੰਡੇ ਦੁਰਗ ਕੋ ਦੇਖਿਓ ਜਾਏ ਮਹਾਨ। ਸਤਿਗੁਰੂ ਜੀ ਬਠਿੰਡੇ ਦਾ ਜਿਹੜਾ ਕਿਲਾ ਸੀ ਉੱਥੇ ਆਏ। ਉੱਥੇ ਅੱਜ ਕੱਲ ਕਿਲੇ ਦੇ ਅੰਦਰ ਵੀ ਸਤਿਗੁਰਾਂ ਦਾ ਸਥਾਨ ਹੈ, 10ਵੇਂ ਪਾਤਸ਼ਾਹ ਦਾ। ਤੋਂ ਬਾਹਰ ਵੀ ਸਤਿਗੁਰਾਂ ਦਾ ਇਤਿਹਾਸਕ ਸਥਾਨ ਹੈ। ਤੋਂ ਬਠਿੰਡੇ ਦਾ ਕਿਲਾ ਉਹ ਵੇਖਣ ਵਾਸਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਗਏ। ਸੁਣਿਆ ਸੀ ਕਿ ਕਿਲਾ ਬੜਾ ਮਹਾਨ ਹੈ, ਬੜਾ ਵਿਸ਼ਾਲ ਕਿਲਾ ਹੈ। ਤੋ ਸਤਿਗੁਰਾਂ ਦਾ ਕਿਲਾ ਵੇਖਣ ਦਾ ਪ੍ਰਯੋਜਨ ਇਹ ਵੀ ਸੀ, ਹਾਲਾਂਕਿ ਸਾਹਿਬ ਜਾਣਦੇ ਸੀ ਵੀ ਹੁਣ ਕੋਈ ਜੰਗ ਯੁੱਧ ਨਹੀਂ ਹੋਣਾ, ਪਰ ਤਿਆਰੀ ਫਿਰ ਵੀ ਸੀ ਵੀ ਜੇ ਕਿਤੇ ਆਉਣ ਵਾਲੇ ਸਮੇਂ ਵਿੱਚ ਦੁਸ਼ਮਣਾਂ ਦੀਆਂ ਫੌਜਾਂ ਆਉਂਦੀਆਂ ਨੇ
ਤਾਂ ਉਹਨਾਂ ਨੂੰ ਇਸ ਕਿਲੇ ਦੇ ਵਿੱਚ ਰਹਿ ਕੇ ਵੀ ਰੋਕਿਆ ਜਾ ਸਕਦਾ। ਉਹ ਸਾਰੀ ਮਹਾਰਾਜ ਜੀ ਵਿਉਂਤਬੰਦੀ ਗੁਰਦੇਵ ਦੀ ਜਿਹੜੀ ਚੜ੍ਹਦੀ ਕਲਾ ਦੀ ਹੈ ਨਾ, ਜੰਗੀ ਬਿਰਤੀ ਦੀ, ਉਸੇ ਤਰ੍ਹਾਂ ਹੀ ਹੈ ਵੀ ਤਿਆਰ ਬਰ ਤਿਆਰ ਰਹਿਣਾ। ਹਾਲਾਂਕਿ ਗੁਰਦੇਵ ਜਾਣਦੇ ਨੇ ਵੀ ਹੁਣ ਜੰਗ ਯੁੱਧ ਨਹੀਂ ਹੋਣਾ, ਪਰ ਫਿਰ ਵੀ ਸ਼ਸਤਰਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਰਹਿਣ ਦੀ ਮਰਿਆਦਾ ਪੰਥ ਨੂੰ ਸਿਖਾਉਂਦੇ ਆ ਵੀ ਕਦੇ ਵੀ ਹੋ ਸਕਦਾ ਜੇ ਹੁਣ ਨਹੀਂ ਹੈ ਤਾਂ। ਗਾਤਰੇ 'ਚ ਸ਼੍ਰੀ ਸਾਹਿਬ ਪਾ ਕੇ ਰੱਖਣੀ, ਤਿਆਰ ਬਰ ਤਿਆਰ ਰਹਿਣਾ। ਇਸ਼ਨਾਨ ਵੇਲੇ ਵੀ ਇੱਕ ਕਛਹਿਰੇ ਦਾ ਇੱਕ ਪੈਰ 'ਚੋਂ ਲਾਹ ਕੇ, ਉਹ ਸਾਰੀ ਮਰਿਆਦਾ ਜਿਹੜੀ ਗੁਰੂ ਸਾਹਿਬ ਨੇ ਬੰਨੀ ਹੈ ਨਾ, ਉਹ ਤਿਆਰ ਬਰ ਤਿਆਰ ਰਹਿਣ ਦੀ ਮਰਿਆਦਾ ਹੈ। ਕਦੇ ਵੀ ਮਾਹੌਲ ਤਾਂ ਕਦੇ ਵੀ ਬਣ ਸਕਦਾ ਹੈ, ਤਿਆਰੀ ਰੱਖਣੀ, ਚੜ੍ਹਦੀ ਕਲਾ 'ਚ ਰਹਿਣਾ। ਤੋ ਸਤਿਗੁਰੂ ਜੀ ਬਠਿੰਡੇ ਦਾ ਜਿਹੜਾ ਕਿਲਾ ਹੈ ਉਹ ਵੇਖਣ ਵਾਸਤੇ ਅੰਦਰ ਆਏ ਹਨ। ਚੌਪਈ ਗੁਰ ਬਹੀਰ ਮੈਂ ਮਿਲ ਚਲ ਆਇਓ। ਸਤਿਗੁਰੂ ਜੀ ਦੇ ਵਹੀਰ ਦੇ ਵਿੱਚ ਇੱਕ ਗੁਰਸਿੱਖ ਜਿਹਦਾ ਪਿੱਛੇ ਜ਼ਿਕਰ ਆਇਆ, ਉਹ ਵੀ ਨਾਲ ਮਿਲ ਕੇ ਆਇਆ ਹੈ। ਗੋਦੜੀਆ ਜੈ ਨਾਮ ਕਹਾਇਓ। ਇਸ ਮਹਾਤਮਾ ਦਾ ਨਾਮ ਹੈ ਭਾਈ ਗੋਦੜੀਆ ਸਿੰਘ। ਪਿੱਛੇ ਕਥਾ ਆਈ ਹੈ, 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ ਸੀ, ਗੁਰਬਾਣੀ ਦੇ ਰੰਗ 'ਚ ਰੰਗਿਆ ਰਹਿੰਦਾ ਸੀ। ਜਦੋਂ ਸਤਿਗੁਰੂ ਜੀ ਆਏ ਸਨ ਦਮਦਮਾ ਸਾਹਿਬ, ਤੇ ਇਹ ਵੀ ਸਤਿਗੁਰਾਂ ਦੀ ਸੰਗਤ ਵਿੱਚ ਆ ਗਿਆ ਸੀ। ਤੋ ਭਾਈ ਗੋਦੜੀਆ ਸਿੰਘ ਜੀ ਸਤਿਗੁਰੂ ਜੀ ਦੀ ਫੌਜ ਦੇ ਨਾਲ ਵਹੀਰ ਦੇ ਨਾਲ ਹੀ ਰਹਿੰਦੇ ਹਨ। ਦਿਆਲ ਦਾਸ ਪਰ ਸਕਟ ਚੱਲ ਆਇਓ। ਉਧਰ ਜਿਹੜਾ ਦਿਆਲ ਦਾਸ ਸੀ, ਪੁੱਛੋ ਦਾ ਰਹਿਣ ਵਾਲਾ, ਭਾਈ ਭਗਤੂ ਦੀ ਵੰਸ਼ ਚੋਂ, ਉਹਨੇ ਵੀ ਗੱਡਿਆਂ ਦੇ ਉੱਤੇ ਸਾਰੀ ਰਸਤ ਬਸਤ ਰੱਖੀ ਹੋਈ ਹੈ ਲੰਗਰ ਪ੍ਰਸ਼ਾਦੇ ਦੀ, ਲੱਦ ਕੇ ਉਹ ਵੀ ਨਾਲ ਚੱਲ ਕੇ ਆਇਆ ਵੀ ਜਦੋਂ ਸਤਿਗੁਰੂ ਜੀ ਬਖਸ਼ਣਗੇ ਤੇ ਭੇਟਾ ਕਰਾਂਗਾ। ਤੋ ਗੱਡਿਆਂ ਦੇ ਉੱਤੇ ਕੁਝ ਰਸਤਾਂ ਬਸਤਾਂ ਉਹਨੇ ਲੱਦੀਆਂ ਹੋਈਆਂ, ਦਿਆਲ ਦਾਸ ਨੇ, ਉਹ ਵੀ ਨਾਲ ਆਇਆ ਬਠਿੰਡੇ ਤੱਕ। ਫਿਰੈ ਲਿਓ ਮੈਂ ਅੰਗੀਕਾਰਾ। ਇਹਨੇ ਲੰਗਰ ਪ੍ਰਸ਼ਾਦਾ ਜਿਹੜਾ ਸੀ ਉਹ ਤਿਆਰ ਕੀਤਾ ਹੋਇਆ ਵੀ, ਤੇ ਰਸਤ ਬਸਤ ਵੀ ਗੱਡੇ ਤੇ ਲੱਦੀ ਹੋਈ ਨਾਲ ਲੈ ਕੇ ਫਿਰਦਾ, ਪਰ ਕਲਗੀਧਰ ਜੀ ਨੇ ਇਹਦੀ ਰਸਤ ਬਸਤ ਜਾਂ ਲੰਗਰ ਪ੍ਰਸ਼ਾਦਾ ਅੰਗੀਕਾਰ ਨਹੀਂ ਕੀਤਾ। ਡੇਰਾ ਕੀਸ ਗੁਰ ਭਗਵਾਨ। ਏਦਾਂ ਸਤਿਗੁਰੂ ਜੀ ਨੇ ਬਠਿੰਡੇ ਆ ਕੇ ਆਪਣਾ ਡੇਰਾ ਕੀਤਾ, ਪੜਾ ਕੀਤਾ ਹੈ। ਉਤਰੇ ਸਰਬ ਚੁਗਿਰ ਦਿਆਨ। ਸਤਿਗੁਰੂ ਜੀ ਦੇ ਨਾਲ ਦੀਆਂ ਜਿੰਨੀਆਂ ਫੌਜਾਂ ਨੇ, ਸਾਰੇ ਚਾਰੇ ਪਾਸੇ ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲੀ, ਸਭ ਨੇ ਆਪੋ ਆਪਣਾ ਉਤਾਰਾ ਕਰ ਲਿਆ। ਨਿਸਾ ਪਰੀ ਕਰ ਖਾਨ ਅਰਪਾਨਾ। ਰਾਤ ਪੈ ਗਈ ਸੀ, ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛਕਿਆ। ਸੁਪਤ ਜਥਾ ਸੁਖ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਆਪਣੇ ਸੁਖਾਸਣਾ ਤੇ ਰਾਤ ਦੇ ਸਮੇਂ ਬਿਰਾਜਮਾਨ ਹੋਏ ਔਰ ਸੁਖ ਲੈਣ ਲੱਗੇ। ਪੈਰਾ ਦੇਤ ਸਿੰਘ ਹੈ ਖਰੇ। ਮਹਾਰਾਜ ਜੀ ਦੇ ਪਹਿਰੇਦਾਰ ਸਿੰਘ ਤਿਆਰ ਬਰ ਤਿਆਰ ਹੋ ਕੇ ਪਹਿਰੇ ਤੇ ਖੜੇ ਨੇ। ਸਤਿਗੁਰੂ ਜੀ ਬਿਰਾਜੇ ਹੋਏ ਨੇ, ਮਹਾਰਾਜ ਜੀ ਦੇ ਪਹਿਰੇਦਾਰ ਸਿੰਘ ਪਹਿਰਾ ਦੇ ਰਹੇ ਨੇ। ਬਾਰੀ ਨਿਜ ਨਿਜ ਜਾਗਰਨ ਕਰੇ। ਜਿਹੜੇ ਉਹ ਪਹਿਰੇਦਾਰ ਨੇ ਉਹ ਵਾਰੋ ਵੇਰੀ ਜਿਵੇਂ ਜਿਵੇਂ ਉਹਨਾਂ ਦੀਆਂ ਡਿਊਟੀਆਂ ਨੇ, ਜਿੰਨੇ ਘੰਟਿਆਂ ਦੀਆਂ, ਉਹਦੇ ਮੁਤਾਬਕ ਉਹ ਵਾਰੋ ਵਾਰੀ ਜਾਗਦੇ ਨੇ ਔਰ ਬੜੇ ਚੁਕੰਨੇ ਤੇ ਸਾਵਧਾਨ ਹੋ ਕੇ ਪਹਿਰਾ ਦਿੰਦੇ ਹਨ। ਅਰਧ ਰਾਤ ਮੈਂ ਕੰਨਿਆ ਆਈ। ਇੰਨੇ ਨੂੰ ਅੱਧੀ ਕੁ ਰਾਤ ਦਾ ਵੇਲਾ ਹੋਇਆ ਤੇ ਇੱਕ ਕੰਨਿਆ, ਇੱਕ ਇਸਤਰੀ ਬੜੇ ਗਰੀਬੀ ਜੇ ਲਿਬਾਸ ਨੂੰ ਧਾਰਨ ਕਰਕੇ ਕਲਗੀਧਰ ਜੀ ਦੀ ਸ਼ਰਨ ਵਿੱਚ ਆਈ। ਦੀਨ ਪ੍ਰਦਛਨਾ ਗਰੀਬ ਨਿਵਾਈ। ਮਹਾਰਾਜ ਜੀ ਦੇ ਪਲੰਗੇ ਦੇ ਆਲੇ ਦੁਆਲੇ ਨੇ ਪਰਿਕਰਮਾ ਕੀਤੀ। ਜਿਹੜੇ ਬਾਹਰ ਪਹਿਰੇਦਾਰ ਖੜੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਾ। ਉਹ ਜਿਹੜੀ ਔਰਤ ਸੀ ਉਹ ਆਈ, ਉਹਨੇ ਆ ਕੇ ਸਤਿਗੁਰੂ ਕਲਗੀਧਰ ਜੀ ਦੇ ਪਲੰਗੇ ਦੀ ਪਰਿਕਰਮਾ ਕੀਤੀ ਔਰ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਬਹੁ ਪ੍ਰਕਾਰ ਕੀ ਬਿਨੇ ਬਖਾਨੀ। ਔਰ ਕਲਗੀਧਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਔਰ ਬਹੁ ਪ੍ਰਕਾਰ ਨਾਲ ਇਸ ਕੰਨਿਆ ਨੇ ਸਤਿਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ। ਤੁਮ ਆਏ ਮਮ ਬ੍ਰਿਥਾ ਪਛਾਨੀ। ਇਹ ਬੋਲੀ, ਹੈ ਕਲਗੀਧਰ ਸੁਆਮੀ ਜੀ, ਤੁਸੀਂ ਮਹਾਨ ਪਰਉਪਕਾਰੀ ਸਾਹਿਬ ਹੋ। ਮੇਰੇ ਬਿਰਥਾ ਨੂੰ, ਮੇਰੀ ਪੀੜਾ ਨੂੰ ਪਛਾਣ ਕੇ ਤੁਸੀਂ ਇੱਥੇ ਚੱਲ ਕੇ ਆਏ।
ਮੇਰੀ ਪੀੜਾ ਨੂੰ, ਜਿਹੜੀ ਮੇਰੀ ਦਰਦ ਹੈ ਉਹਨੂੰ, ਦਰਦ ਨੂੰ, ਪੀੜਾ ਨੂੰ ਜਾਣ ਕੇ ਤੁਸੀਂ ਇੱਥੇ ਚੱਲ ਕੇ ਆਏ ਹੋ। ਜੰਗਲ ਦੇਸ਼ ਜਿਤਕ ਚਿਤ ਜੋਏ। ਇਹ ਕੌਣ ਸੀ ਭਲਾ? ਇਹ ਜਿਹੜੀ ਕੰਨਿਆ, ਇਹ ਲੜਕੀ ਜਿਹੜੀ ਆਈ ਹੈ, ਇਹ ਕੌਣ ਸੀ? ਕਹਿੰਦੇ ਜੰਗਲ ਦੇ ਇਲਾਕੇ ਦੀ ਜਿਹੜੀ ਇਹ ਧਰਤੀ ਹੈ, ਜਿਹਨੂੰ ਆਪਾਂ ਅੱਜ ਕੱਲ ਮਾਲਵਾ ਕਹਿੰਦੇ ਆ, ਜੰਗਲ ਦੇ ਇਲਾਕੇ ਦੀ ਜਿਹੜੀ ਧਰਤੀ ਹੈ, ਉਹਨੇ ਇਸਤਰੀ ਦਾ ਰੂਪ ਧਾਰਨ ਕੀਤਾ ਤੇ ਕਲਗੀਧਰ ਦੇ ਚਰਨਾਂ 'ਚ ਪੁਕਾਰ ਕਰਨ ਪਹੁੰਚੀ ਹੈ। ਇਹ ਸਾਰੀ ਜੰਗਲ ਦੇ ਇਲਾਕੇ ਦੀ ਧਰਤੀ ਸੀ, ਉਹਦਾ ਇਹ ਸੂਖਮ ਰੂਪ ਇਹਨੇ ਧਾਰਨ ਕੀਤਾ, ਸਥੂਲ ਨਹੀਂ ਹੈ। ਸਥੂਲ ਰੂਪ 'ਚ ਧਰਤੀ ਬਣ ਕੇ ਵਿਆਪਕ ਹੈ, ਸੂਖਮ ਰੂਪ ਇਹਨੇ ਧਾਰਨ ਕੀਤਾ ਤੇ ਕਲਗੀਧਰ ਜੀ ਦੇ ਚਰਨਾਂ ਵਿੱਚ ਆਈ ਹੈ। ਧਰ ਸਰੂਪ ਮੈਂ ਆਈ ਸੋਏ। ਇਹਨੇ ਦੱਸਿਆ ਆਪਣੇ ਬਾਰੇ, ਹੈ ਸਵਾਮੀ ਜੀ ਮੈਂ ਜੰਗਲ ਦੇ ਇਲਾਕੇ ਦੀ ਧਰਤੀ ਹਾਂ ਤੇ ਸਰੂਪ ਧਾਰਨ ਕਰਕੇ, ਇਸਤਰੀ ਦਾ ਲਿਬਾਸ ਧਾਰਨ ਕਰਕੇ ਮੈਂ ਤੁਹਾਡੇ ਚਰਨਾਂ ਵਿੱਚ ਆਈ ਹਾਂ। ਦੇਵ ਜੋਗ ਕਰ ਤੁਮ ਆਗਵਨੋ। ਮਹਾਰਾਜ ਆਪ ਜੀ ਦਾ ਦੇਵ ਯੋਗ ਨਾਲ ਸਬੱਬੀ ਇੱਥੇ ਆਗਮਨ ਹੋਇਆ। ਸਗਰੋ ਦੇਸ਼ ਕਰੋ ਅਬ ਰਵਨੋ। ਮਹਾਰਾਜ ਇਹ ਸਾਰਾ ਦੇਸ਼ ਹੁਣ ਤੁਸੀਂ ਭਾਗਸ਼ਾਲੀ ਬਣਾਓ, ਇਹਨੂੰ ਜੰਗਲ ਕਹਿੰਦੇ ਨੇ। ਧਰਤੀ ਹਾਂ ਮੈਂ, ਇਸ ਜੰਗਲ ਦੇ ਇਲਾਕੇ ਦੀ ਉਜੜੀ ਹੋਈ ਹਾਂ। ਮਹਾਰਾਜ ਤੁਸੀਂ ਤਰਸ ਕਰੋ, ਦਇਆ ਕਰੋ, ਇਸ ਸਾਰੀ ਧਰਤੀ ਨੂੰ ਰਵਨੀ ਕਹੀਏ, ਸੁੰਦਰ ਬਣਾਓ। ਇਕ ਤੋ ਕਾਣੋ ਦੇਵ ਪਿਆਨਾ। ਮਹਾਰਾਜ ਜੀ ਇੱਕ ਤਾਂ ਇੱਥੇ ਇੱਕ ਬੜਾ ਭਿਆਨਕ ਦੇਵ ਹੈ, ਕਾਣਾ ਦੇਵ, ਜਿਹੜਾ ਇਹ ਬਠਿੰਡੇ ਦੇ ਕਿਲੇ ਵਿੱਚ ਰਹਿੰਦਾ ਹੈ। ਬਸੇ ਦੁਰਗ ਮੈਂ ਦੁਸ਼ਟ ਮਾਨਾ। ਉਹ ਬੜਾ ਦੁਸ਼ਟ ਹੈ ਔਰ ਇਸ ਕਿਲੇ ਵਿੱਚ ਰਹਿੰਦਾ ਜਿੱਥੇ ਤੁਸੀਂ ਕੱਲ ਨੂੰ ਚਰਨ ਪਾਉਣੇ ਨੇ। ਕਿਲੇ ਤੋਂ ਬਾਹਰ ਸਤਿਗੁਰਾਂ ਦਾ ਉਤਾਰਾ ਸੀ, ਜਿੱਥੇ ਇਹਨੇ ਬੇਨਤੀ ਕੀਤੀ। ਕਹਿਣ ਲੱਗੀ ਮਹਾਰਾਜ ਮੇਰੀ ਇਹ ਜਿਹੜੀ ਦਸ਼ਾ ਹੋਈ, ਇਸ ਇਲਾਕੇ ਦੇ ਲੋਕ ਕੰਗਲੇ ਨੇ, ਜ਼ਮੀਨਾਂ 'ਚ ਖੇਤੀ ਨਹੀਂ ਹੁੰਦੀ। ਇਹਦਾ ਕਾਰਨ ਹੈ ਵੀ ਇਹ ਜਿਹੜਾ ਕਾਣਾ ਦੇਵ ਹੈ ਨਾ, ਜਿਹੜਾ ਇਸ ਕਿਲੇ ਦੇ ਵਿੱਚ ਵਸਦਾ ਹੈ, ਸੈ ਅਨਾਜ ਕੀ ਬਦਨ ਨ ਦੇਤ। ਇਹ ਅਨਾਜ ਦੀ ਪੈਦਾਇਸ਼ ਨੂੰ ਵਧਣ ਨਹੀਂ ਦਿੰਦਾ। ਜਿੰਨਾ ਅਨਾਜ ਬੀਜਦੇ ਨੇ ਉਹਦੇ ਵਿੱਚੋਂ 9 ਹਿੱਸੇ ਆਪ ਖਾ ਜਾਂਦਾ ਹੈ ਔਰ ਇੱਕ ਹਿੱਸਾ ਹੀ ਜਿਹੜਾ ਉਹ ਜ਼ਿਮੀਂਦਾਰ ਦੇ ਪੱਲੇ ਪੈਂਦਾ ਹੈ। ਇਹ ਪੈਦਾਇਸ਼ ਨਹੀਂ ਹੋਣ ਦਿੰਦਾ ਅਨਾਜ ਦੀ, ਕਿਉਂਕਿ ਇਹ ਭਿਆਨਕ ਦੇਵ, ਜਿਹੜੀਆਂ ਇਹੋ ਜਿਹੀਆਂ ਭੈੜੀਆਂ ਰੂਹਾਂ ਹੁੰਦੀਆਂ ਜਿੱਥੇ ਰਹਿੰਦੀਆਂ ਨੇ, ਉੱਥੇ ਨਾ ਬਰਕਤ ਰਹਿਣ ਦਿੰਦੀਆਂ ਨੇ, ਨਾ ਸ਼ਾਂਤੀ ਰਹਿਣ ਦਿੰਦੀਆਂ ਨੇ, ਨਾ ਉੱਥੇ ਪੈਦਾਵਾਰ ਰਹਿਣ ਦਿੰਦੀਆਂ ਨੇ। ਮਹਾਰਾਜ ਜੀ ਇਹ ਜਿਹੜਾ ਦੇਵ ਹੈ, ਇਸ ਜ਼ਮੀਨ ਦੇ ਵਿੱਚ, ਮੈਂ ਇਹ ਜ਼ਮੀਨ ਹੀ ਆ, ਇਸਤਰੀ ਰੂਪ ਧਾਰਨ ਕਰਕੇ ਆਈ ਹਾਂ ਤੁਹਾਡੇ ਚਰਨਾਂ 'ਚ ਪੁਕਾਰ ਕਰਨ। ਇਹ ਜਿਹੜਾ ਕਾਣਾ ਦੇਵ ਹੈ, ਇਹ ਫਸਲ ਨਹੀਂ ਪੈਦਾ ਹੋਣ ਦਿੰਦਾ ਮਹਾਰਾਜ ਜੀ, ਇੰਨਾ ਭਿਆਨਕ ਹੈ। ਛੀਨ ਨਰਨ ਤੇ ਖਾਏ ਸੁਲੇਤ। ਇਹ ਲੋਕਾਂ ਦਾ ਹੱਕ ਜਿਹੜਾ ਸੂਖਮ ਵਿੱਚ ਖੋਹ ਲੈਂਦਾ ਤੇ ਉਹਨਾਂ ਨੂੰ ਖਾਣ ਨਹੀਂ ਦਿੰਦਾ। ਇਸ ਕੋ ਕਰੋ ਨਿਕਾਸਨ ਜਬੇ। ਮਹਾਰਾਜ ਜੀ ਇਸ ਕਾਣੇ ਦੇਵ ਨੂੰ ਜਦੋਂ ਤੁਸੀਂ ਇੱਥੋਂ ਕੱਢੋਗੇ, ਜੰਗਲ ਦੀ ਧਰਤੀ ਤੋਂ, ਮੇਰੇ ਇਲਾਕੇ ਚੋਂ, ਜਦੋਂ ਇਸ ਪਾਪੀ ਨੂੰ, ਮਲੇਛ ਨੂੰ ਇੱਥੋਂ ਕੱਢੋਗੇ, ਦਿਨ ਪ੍ਰਤ ਦੇਸ਼ ਬਸੇ ਗੋ ਸਬੇ। ਤਾਂ ਇਹ ਸਾਰਾ ਦੇਸ਼ ਦਿਨ ਪ੍ਰਤੀ ਦਿਨ ਵਸੇਗਾ, ਇੱਥੇ ਪੈਦਾਵਾਰ ਹੋਵੇਗੀ, ਲੋਕ ਸੁੱਖ ਨਾਲ ਵਸਣਗੇ। ਪੁਨ ਉਪਜੇਂਗੇ ਅੰਨ ਮਾਨੇ। ਫਿਰ ਇੱਥੋਂ ਅੰਨ ਤੇ ਧਨ ਪੈਦਾ ਹੋਵੇਗਾ। ਜਦੋਂ ਤੱਕ ਇਹ ਕਾਣਾ ਦੇਵ ਇੱਥੇ ਰਹਿੰਦਾ, ਇਹ ਅੰਨ ਧਨ ਪੈਦਾ ਹੋਣ ਨਹੀਂ ਦਿੰਦਾ। ਲੋਕਾਂ ਦੇ ਘਰ 'ਚ ਸੁੱਖ ਸ਼ਾਂਤੀ ਇਹਨੇ ਖਤਮ ਕੀਤੀ ਹੋਈ ਹੈ। ਮਹਾਰਾਜ ਇਹ ਬਠਿੰਡੇ ਦਾ ਇਲਾਕਾ ਇਹਨੇ ਉਜਾੜਿਆ ਹੋਇਆ, ਥੇ ਬਣੇ ਹੋਏ ਨੇ। ਇਸ ਪਾਪੀ ਨੂੰ, ਕਾਣੇ ਦੇਵ ਨੂੰ ਜਦੋਂ ਤੁਸੀਂ ਇੱਥੋਂ ਕੱਢੋਗੇ, ਫਿਰ ਇੱਥੇ ਅੰਨ ਤੇ ਧਨ ਪੈਦਾ ਹੋਵੇਗਾ। ਤੁਮ ਆਗਵਨ ਪ੍ਰਤਾਪ ਪਛਾਨੇ। ਮਹਾਰਾਜ ਜੀ ਤੁਹਾਡੇ ਆਗਮਨ ਦਾ ਇਹ ਪ੍ਰਤਾਪ ਪਛਾਣੇਗਾ। ਉਦਾਂ ਨਹੀਂ ਇਹ ਡਰਦਾ ਕਿਸੇ ਕੋਲੋਂ, ਪਰ ਤੁਹਾਡੇ ਪ੍ਰਤਾਪ ਦੇ ਨਾਲ ਇਹ ਸੜੇਗਾ। ਸੁਨ ਸਤਿਗੁਰ ਕੰਨਿਆ ਤੇ ਸਬੇ। ਜਦੋਂ ਇਹ ਮਾਲਵੇ ਦੀ ਧਰਤੀ ਨੇ, ਜੰਗਲ ਪਹਿਲਾਂ ਜੰਗਲ ਹੀ ਕਹਿੰਦੇ ਸੀ, ਮਾਲਵਾ ਤਾਂ ਹੁਣ ਕਲਗੀਧਰ ਨੇ ਬਣਾਇਆ ਹੈ। ਕਹਿੰਦੇ ਜੰਗਲ ਦੀ ਧਰਤੀ ਨੇ ਜਦੋਂ ਕਲਗੀਧਰ ਜੀ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ, ਪੁਕਾਰ ਕੀਤੀ, ਧੀਰਜ ਦੀਨਸ ਕੈ ਮ੍ਰਿਦ ਤਬੇ। ਕਲਗੀਧਰ ਜੀ ਨੇ ਇਹਨੂੰ ਧੀਰਜ ਦਿੱਤਾ ਔਰ ਬੜੇ ਮਿੱਠੇ ਤੇ ਕੋਮਲ ਵਚਨ
ਆਪਣੇ ਮੁਖਾਰ ਬਿੰਦ ਚੋਂ ਕਹੇ। ਸੁਪਤ ਜਥਾ ਸੁਖ ਰਾਤ ਬਿਤਾਈ। ਮਹਾਰਾਜ ਜੀ ਨੇ ਬੜੇ ਸੁਖ ਨਾਲ ਰਾਤ ਆਪਣੇ ਆਸਣਾਂ ਤੇ ਬਤੀਤ ਕੀਤੀ। ਸੋਚ ਇਸ਼ਨਾਨ ਪ੍ਰਾਤ ਹੋਏ ਆਈ। ਅੰਮ੍ਰਿਤ ਵੇਲੇ ਉੱਠੇ ਨੇ, ਸੋਚ ਇਸ਼ਨਾਨ ਕੀਤਾ ਕਲਗੀਧਰ ਜੀ ਨੇ। ਬੈਠੇ ਸਤਿਗੁਰ ਲਾਏ ਦੀਵਾਨ। ਸਤਿਗੁਰੂ ਜੀ ਦੀਵਾਨ ਸਜਾ ਕਰਕੇ ਗੁਰਦੇਵ ਜੀ ਬੈਠੇ ਹਨ। ਇੱਕ ਪੰਡਤ ਗੁਰ ਸੰਗ ਮਾਨ। ਇਹਨੇ ਨੂੰ ਇਸ ਇਲਾਕੇ ਦਾ ਹੀ ਇੱਕ ਪੰਡਤ ਸੀ, ਗੁਰੂ ਸਾਹਿਬ ਦਾ ਸ਼ਰਧਾਲੂ ਹੈ, ਸੇਵਕ ਹੈ। ਉਹ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਬੈਠਾ ਤੇ ਉਹਦੇ ਨਾਲ ਸਤਿਗੁਰੂ ਜੀ ਬਚਨ ਕਰਨ ਲੱਗੇ। ਸੋ ਪੀ ਤੇਰਿਓ ਆਨ ਕਰ ਪਾਸ। ਉਹ ਵੀ ਸਤਿਗੁਰਾਂ ਦੇ ਪਾਸ ਹੀ ਦੀਵਾਨ ਦੇ ਵਿੱਚ ਬੈਠਾ ਹੈ। ਸ਼੍ਰੀ ਪ੍ਰਭ ਕਰਿਓ ਪ੍ਰਸੰਗ ਪ੍ਰਕਾਸ਼। ਉਹ ਸਤਿਗੁਰੂ ਜੀ ਨੇ ਉਹ ਕਾਣੇ ਦਿਓ ਦੀ ਜਿਹੜੀ ਗਾਥਾ ਸੀ ਉਹ ਚਲਾਈ, ਗੁਰਦੇਵ ਨੇ ਪ੍ਰਗਟ ਕੀਤੀ। ਬੜੋ ਦੁਰਗ ਇਹ ਰਚਬੋ ਕਰਿਓ। ਮਹਾਰਾਜ ਜੀ ਕਹਿੰਦੇ ਬਠਿੰਡੇ ਦਾ ਇਹ ਕਿਲਾ ਬੜਾ ਵੱਡਾ ਰਚਿਆ ਹੋਇਆ ਹੈ, ਬੜਾ ਵਿਸ਼ਾਲ ਕਿਲਾ ਹੈ। ਬੜੋ ਦੇਵ ਵਿੱਚ ਬਾਸਾ ਧਰਿਓ। ਇਸ ਕਿਲੇ ਦੇ ਵਿੱਚ ਇੱਕ ਬੜਾ ਵੱਡਾ ਦਿਓ, ਕਾਣਾ ਦਿਓ ਜਿਹੜਾ ਉਹਨੇ ਆਪਣਾ ਵਾਸਾ ਰੱਖਿਆ ਹੋਇਆ, ਇਸ ਵੱਡੇ ਕਿਲੇ ਵਿੱਚ ਰਹਿੰਦਾ ਹੈ। ਦੇਸ਼ ਉਜਾਰਨ ਮੈਂ ਜੈ ਆਸ਼ੈ। ਔਰ ਉਹ ਜਿਹੜਾ ਕਾਣਾ ਦਿਓ ਹੈ ਉਹ ਦੇਸ਼ ਨੂੰ ਉਜਾੜਨ ਦੇ ਵਿੱਚ ਆਪਣਾ ਆਸ਼ਾ ਰੱਖਦਾ ਹੈ, ਉਹ ਦੇਸ਼ ਨੂੰ ਉਜਾੜ ਰਿਹਾ ਹੈ। ਕਹੋ ਬਿਪਰ ਕਿਮ ਤਿਸੈ ਨਿਕਾਸੈ। ਮਹਾਰਾਜ ਜੀ ਕਹਿੰਦੇ ਪੰਡਤ ਜੀ ਤੁਸੀਂ ਪੜ੍ਹੇ ਲਿਖੇ ਹੋ, ਵਿਦਵਾਨ ਹੋ, ਦੱਸੋ ਭਲਾ ਉਹ ਜਿਹੜਾ ਦਿਓ ਹੈ ਉਹ ਕਿਵੇਂ ਕੱਢਿਆ ਜਾਏਗਾ ਇੱਥੋਂ ਕਿਲੇ ਚੋਂ? ਉਹ ਕਿਵੇਂ ਇੱਥੋਂ ਕੱਢਿਆ ਜਾ ਸਕਦਾ? ਇਹ ਨਹੀਂ ਵੀ ਸਤਿਗੁਰੂ ਜੀ ਨੂੰ ਪਤਾ ਨਹੀਂ ਵੀ ਕਿਵੇਂ ਕੱਢਣਾ। ਜਿਨ੍ਹਾਂ ਦਾ ਪ੍ਰਤਾਪ ਵੇਖ ਕੇ, ਤੀਜੇ ਜਾਮੇ ਦੀ ਛੜੀ ਵੇਖ ਕੇ ਇਹ ਗੋਇੰਦਵਾਲ ਸਾਹਿਬ ਦੀ ਧਰਤੀ ਛੱਡ ਕੇ ਭੱਜ ਆਏ ਸਨ, ਤੇ 10ਵੇਂ ਜਾਮੇ ਚ ਉਹਨਾਂ ਨੂੰ ਭਜਾਣਾ ਕਿਹੜਾ ਔਖਾ ਸੀ। ਮਹਾਰਾਜ ਜੀ ਲੀਲਾ ਰਚ ਰਹੇ ਨੇ, ਸ਼ਸਤਰ ਵਿਦਿਆ ਦਾ ਅਭਿਆਸ ਵਿਖਾਉਣਾ ਵੀ ਸਿੰਘ ਸ਼ਸਤਰ ਕਿਵੇਂ ਚਲਾ ਲੈਂਦੇ ਨੇ। ਉਹਦੇ ਲਈ ਗੁਰਦੇਵ ਨੇ ਜੰਗੀ ਕਰਤੱਵ ਰਚਿਆ। ਇਹਦੇ ਵਿੱਚ ਕੋਈ ਹਿੰਦੂਵਾਦੀ ਬਿਰਤੀ ਨਹੀਂ ਹੈ, ਸ਼ਸਤਰ ਦਾ ਪ੍ਰਤਾਪ ਵਿਖਾਉਣਾ ਕਿ ਸਿੰਘ ਸ਼ਸਤਰ ਚਲਾ ਕੇ ਕੈਸੇ ਸ਼ਸਤਰ ਦਾ ਅਭਿਆਸ ਕਰਕੇ ਸ਼ਸਤਰਾਂ ਦੀ ਵਿਦਿਆ ਵਿੱਚ ਨਿਪੁੰਨ ਨੇ। ਮਹਾਰਾਜ ਜੀ ਲੀਲਾ ਕਰ ਰਹੇ ਨੇ। ਪੰਡਤ ਨੂੰ ਕਹਿੰਦੇ ਪੰਡਤ ਜੀ ਇਹ ਜਿਹੜਾ ਕਾਣਾ ਦਿਓ ਹੈ ਇਹ ਭਲਾ ਇਸ ਕਿਲੇ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ ਹੈ? ਸੁਨ ਪੰਡਤ ਏਮ ਬਾਕ ਬਖਾਨਿਓ। ਸੁਣ ਕੇ ਅੱਗੋਂ ਪੰਡਤ ਬੋਲਿਆ, ਹੱਥ ਜੋੜ ਕੇ ਕਹਿਣ ਲੱਗਾ, ਮਹਾਂਪੁਰਖ ਤੁਮ ਸਭ ਕਿਛ ਜਾਣਿਓ। ਉਹ ਵੀ ਸਤਿਗੁਰਾਂ ਦੀ ਮਹਿਮਾ ਜਾਣਦਾ ਸੀ। ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਮਹਾਨ ਪੁਰਖ ਹੋ, ਪੁੱਛੋ ਤੇ ਤਾਂ ਜੇ ਤੁਹਾਨੂੰ ਕੁਝ ਪਤਾ ਨਾ ਹੋਵੇ। ਮਹਾਰਾਜ ਤੁਸੀਂ ਸਭ ਕੁਝ ਜਾਣਦੇ ਹੋ, ਜਾਣੀ ਜਾਣ ਹੋ। ਬੂਝਿਓ ਮੋਏ ਕਹੋ ਪ੍ਰਭ ਪਾਸੀ। ਜੇ ਫਿਰ ਵੀ ਮੈਨੂੰ ਪੁੱਛਦੇ ਹੋ ਜਿਹੜੀ ਮੈਂ ਵਿਦਿਆ ਪੜ੍ਹੀ ਹੈ ਉਹਦੇ ਮੁਤਾਬਕ ਪੁੱਛਦੇ ਹੋ, ਰਚਿਓ ਦੁਰਗ ਏ ਮਾਂ ਮਵਾਸੀ। ਤਾਂ ਮੈਂ ਦੱਸਦਾ, ਕਿਉਂਕਿ ਫਿਰ ਮੇਰਾ ਵੀ ਫਰਜ਼ ਬਣਦਾ ਜੇ ਮਾਲਕ ਪੁੱਛੇ ਤੇ ਅੱਗੋਂ ਨੌਕਰ ਨੇ ਦੱਸਣਾ ਹੈ, ਭਾਵੇਂ ਕਿ ਤੁਸੀਂ ਜਾਣਦੇ ਹੋ। ਮਹਾਰਾਜ ਆ ਜਿਹੜਾ ਕਿਲਾ ਰਚਿਆ ਹੋਇਆ ਇਹ ਬੜਾ ਆਕੀ ਤੇ ਬਵਾਸੀ ਕਿਲਾ ਹੈ। ਬਿਨੇ ਪਾਲ ਮਈ ਪਾਲ ਬਡੇਰਾ। ਪੁਰਾਣੇ ਸਮਿਆਂ 'ਚ ਇੱਥੋਂ ਦਾ ਇੱਕ ਰਾਜਾ ਹੋਇਆ, ਰਾਜਾ ਬਿਨੈ ਪਾਲ, ਬੜਾ ਵੱਡਾ ਰਾਜਾ ਸੀ। ਰਚਿਓ ਦੁਰਗ ਧਨ ਦੇ ਬਹੁ ਤੇਰਾ। ਉਹਨੇ ਬਹੁਤ ਸਾਰਾ ਧਨ ਖਰਚ ਕੇ ਇਸ ਕਿਲੇ ਦੀ ਰਚਨਾ ਕੀਤੀ ਸੀ, ਇਹ ਕਿਲਾ ਬਣਾਇਆ ਸੀ। ਪਇਓ ਮਾਈਪ ਗੋਰੀਆ ਜਬੇ। ਉਸ ਤੋਂ ਬਾਅਦ ਫਿਰ ਇੱਕ ਗੋਰੀਆ ਨਾਮ ਦਾ ਰਾਜਾ ਹੋਇਆ। ਇਸ ਮੈਂ ਪਾਪਰਵੇਸ਼ ਸੁਤਬੇ। ਉਹਨੇ ਆ ਕੇ ਇਸ ਕਿਲੇ ਨੂੰ ਜਿੱਤਿਆ ਤੇ ਇਸ ਕਿਲੇ ਦੇ ਵਿੱਚ ਉਹਨੇ ਪ੍ਰਵੇਸ਼ ਕੀਤਾ। ਉਪਰ ਤੇ ਬਿਦਾਰ ਤਿਨ ਦੀਨਾ। ਉਹਨੇ ਉੱਤੋਂ ਇਹ ਕਿਲਾ ਢਾ ਦਿੱਤਾ ਸੀ, ਇਹ ਕਿਲਾ ਤੋੜ ਦਿੱਤਾ ਸੀ। ਉਤੋਂ ਵਿਸਾਲ ਅਲਪ ਏਕੀਨਾ। ਤੇ ਬੜਾ ਵੱਡਾ ਕਿਲਾ ਸੀ ਪਰ ਉਹਨੇ ਢਾ ਕੇ ਇਹਨੂੰ ਛੋਟਾ ਕਰ ਦਿੱਤਾ, ਛੋਟਾ ਬਣਾ ਦਿੱਤਾ। ਹਾਥੀ ਕੋ ਬਲ ਦਿਓ ਇਸ ਥਾਨ। ਮਹਾਰਾਜ ਜੀ ਜੇ ਮੈਨੂੰ ਪੁੱਛੋ ਤੇ ਜੋ ਮੈਂ ਜਾਣਦਾ ਉਹਦੇ ਮੁਤਾਬਕ ਦੱਸਦਾ। ਮਹਾਰਾਜ ਇਸ ਕਿਲੇ ਦੇ ਵਿੱਚ ਜਿਹੜਾ ਕਾਣਾ ਦਿਓ ਹੈ ਉਹਨੂੰ ਕੱਢਣ ਵਾਸਤੇ ਹਾਥੀ ਦੀ ਬਲੀ ਦੇਣੀ ਚਾਹੀਦੀ ਹੈ। ਇੱਥੇ ਵੀ ਹਾਥੀ ਲਿਆ ਕੇ ਉਹਦੀ ਬਲੀ ਦੇਣੀ ਚਾਹੀਦੀ ਹੈ। ਤੋ ਇਸਕੇ ਵਿੱਚ ਕਰੋ ਪਿਆਨ। ਫਿਰ ਇਹਦੇ ਵਿੱਚ ਜਾ ਕੇ ਪਿਆਨ ਕਰੋ। ਦੇਵ ਆਦ ਜੋ ਅਪਰ ਸਨਾਤਨ
ਇਹਦੇ ਵਿੱਚ ਜਿਹੜੇ ਦਿਓ ਦੇ ਨਾਲ ਉਹਦਾ ਹੋਰ ਵੀ ਬਹੁਤ ਸਾਰਾ ਟੱਬਰ ਰਹਿੰਦਾ ਹੋਵੇਗਾ। ਮਹਾਰਾਜ ਉਹ ਜਿਹੜਾ ਦਿਓ ਇਹਦੇ ਵਿੱਚ ਰਹਿੰਦਾ ਹੈ, ਸਭ ਚੱਲ ਜਾਏ ਨਾ ਰਹੇ ਕਦਾਂਤ। ਜਦੋਂ ਹਾਥੀ ਦੀ ਬਲੀ ਦੇਵਾਂਗੇ ਫਿਰ ਉਹ ਆਪੇ ਇੱਥੋਂ ਛੱਡ ਕੇ ਇਸ ਕਿਲੇ ਨੂੰ ਚਲਾ ਜਾਵੇਗਾ। ਬਿਨਾ ਦੀਏ ਬਲੀ ਵੀ ਚੱਲ ਜਾਵੋ। ਪਰ ਹਾਂ ਮਹਾਰਾਜ, ਇਹ ਮੈਂ ਉਹ ਦੱਸ ਰਿਹਾ ਜੋ ਮੈਂ ਪੜਿਆ ਵਿਦਿਆ। ਪਰ ਸਾਹਿਬ ਜੀ, ਜੇ ਤੁਸੀਂ ਚਾਹੋ ਤੇ ਬਿਨਾਂ ਬਲੀ ਦਿੱਤਿਆਂ ਵੀ ਕੱਢ ਸਕਦੇ ਹੋ, ਤੁਸੀਂ ਸਮਰੱਥ ਹੋ। ਇਹ ਤਾਂ ਜੋ ਮੇਰੀ ਹਿੰਦੂ ਵਿਦਿਆ ਮੈਂ ਪੜ੍ਹੀ ਹੈ, ਸਨਾਤਨੀ ਵਿਦਿਆ, ਉਹਦੇ ਮੁਤਾਬਕ ਦੱਸ ਰਿਹਾ। ਪਰ ਸਾਹਿਬ ਜੀ, ਜੇ ਤੁਸੀਂ ਚਾਹੋ ਤੇ ਬਿਨਾਂ ਬਲੀ ਦਿੱਤਿਆਂ ਵੀ ਕੱਢ ਸਕਦੇ ਹੋ। ਉਹ ਸਮਰੱਥ ਜਿਮ ਚਾਹੋ ਬਣਾਵੋ। ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਜੋ ਚਾਹੇ ਮਰਜ਼ੀ ਬਣਾ ਸਕਦੇ ਹੋ। ਤਉ ਹਰਖ ਕਰ ਸਕਲ ਪਿਆਨੇ। ਤੇ ਮਹਾਰਾਜ ਫਿਰ ਵੀ ਖੁਸ਼ੀ ਨਾਲ ਸਾਰੇ ਜਾ ਸਕਦੇ ਨੇ ਇਸ ਕਿਲੇ ਵਿੱਚ। ਬਲੀ ਕੋ ਲੇਤ ਸੋ ਭਲੋ ਬਖਾਨੇ। ਤੇ ਮਹਾਰਾਜ ਜੀ ਜਦੋਂ ਬਲੀ ਦਿਓਗੇ, ਇੱਥੇ ਹਾਥੀ ਦੀ ਬਲੀ ਦਿੱਤੀ ਜਾਵੇਗੀ, ਤਾਂ ਮਹਾਰਾਜ ਜੀ ਫਿਰ ਵੀ ਸਾਰਿਆਂ ਨੂੰ ਖੁਸ਼ੀ ਹੋਵੇਗੀ। ਜਿਹੜੇ ਉਹ ਦਿਓ ਵਗੈਰਾ ਇੱਥੇ ਰਹਿੰਦੇ ਨੇ, ਉਹ ਖੁਸ਼ੀ ਖੁਸ਼ੀ ਇੱਥੋਂ ਚਲੇ ਜਾਣਗੇ। ਸ਼੍ਰੀ ਗੁਰ ਕਹਿਓ ਕਹਾਂ ਅਬ ਹਾਥੀ। ਮਹਾਰਾਜ ਜੀ ਕਹਿੰਦੇ, ਪੰਡਤ ਜੀ ਇੱਥੇ ਹਾਥੀ ਹੁਣ ਕਿੱਥੋਂ ਲਿਆਈਏ ਇਸ ਵੇਲੇ? ਪਾਤਸ਼ਾਹ ਹੱਸਦਿਆਂ ਮੁਸਕਰਾਉਂਦਿਆਂ ਮਹਾਰਾਜ ਜੀ ਕਹਿੰਦੇ, ਇੱਥੇ ਹੁਣ ਹਾਥੀ ਕਿੱਥੋਂ ਆਵੇਗਾ ਪੰਡਤ ਜੀ? ਪ੍ਰਾਪਤ ਨੇ ਉਪਾਏ ਕੇ ਸਾਥੀ। ਹੁਣ ਇੱਥੇ ਤਾਂ ਉਪਾਅ ਕਰਕੇ ਵੀ ਨਹੀਂ ਹਾਥੀ ਲੱਭਣਾ, ਇੱਥੇ ਨੇੜੇ ਤੇੜੇ ਹਾਥੀ ਨਹੀਂ ਮਿਲਣਾ। ਹਾਥ ਆਏ ਸੋ ਕਹਾਂ ਮੰਗਾਵੇ। ਤੇ ਜੇ ਹੱਥ ਆਵੇ ਵੀ ਹਾਥੀ, ਤੇ ਕਦੋਂ ਮੰਗਾਇਆ ਤੇ ਕਦੋਂ ਇੱਥੇ ਪਹੁੰਚਿਆ ਤੇ ਕਦੋਂ ਕੰਮ ਕੀਤਾ ਜਿਹੜਾ ਤੁਸੀਂ ਕਹਿ ਰਹੇ ਹੋ ਕਰਨ ਨੂੰ? ਦੇ ਬਲੀ ਥਲ ਬਾਸੀ ਅਰ ਖਾਵੇ। ਔਰ ਉਹਦੀ ਬਲੀ ਦੇ ਕੇ ਦਿਓ ਵਗੈਰੇ ਜਿਹੜੇ ਇਹਨਾਂ ਨੂੰ ਪ੍ਰਸੰਨ ਕਰੀਏ, ਖੁਸ਼ੀ ਦੇ ਨਾਲ ਇਹਨਾਂ ਨੂੰ ਟੋਰੀਏ, ਉਹ ਤਾਂ ਕੰਮ ਹੁਣ ਹੋ ਹੀ ਨਹੀਂ ਸਕਣਾ ਇਸ ਵੇਲੇ। ਸੁਨ ਪੰਡਤ ਕਹੇ ਨੈ ਜੇ ਮਤੰਗਾ। ਸੁਣ ਕੇ ਅੱਗੋਂ ਪੰਡਤ ਜੀ ਫਿਰ ਬੋਲੇ, ਮਹਾਰਾਜ ਜੀ, ਜੇ ਝੋਟਾ ਲੈ ਆਈਏ ਉਹਦੀ ਥਾਂ ਤੇ ਹਾਥੀ ਦੀ ਥਾਂ ਤੇ। ਮਹਾਰਾਜ ਜੀ, ਵੈਸੇ ਤਾਂ ਤੁਸੀਂ ਬਿਨਾਂ ਬਲੀ ਦਿੱਤਿਆਂ ਕੱਢ ਸਕਦੇ ਹੋ, ਇਹ ਜ਼ਰੂਰੀ ਨਹੀਂ ਹੈ। ਪਰ ਜੋ ਮੇਰੇ ਮਨ ਚੋਂ ਭਾਅ ਆਉਂਦੇ ਨੇ, ਜਿਵੇਂ ਮੈਨੂੰ ਪੁੱਛਦੇ ਹੋ ਮਹਾਰਾਜ, ਜੋ ਮੈਂ ਜਾਣਕਾਰੀ ਲਈ ਹੋਈ ਹੈ, ਉਹਦੇ ਮੁਤਾਬਕ ਦੱਸਦਾ ਮਹਾਰਾਜ ਜੀ ਵੀ ਹਾਥੀ ਦੀ ਬਲੀ ਨਾ ਦੇ ਹੋਵੇ ਤੇ ਮਹਾਰਾਜ ਜੀ ਕੋਈ ਝੋਟਾ ਹੋਵੇ ਅਬੈੜਾ ਇਸ ਇਲਾਕੇ ਦਾ, ਉਹਨੂੰ ਲਿਆਂਦਾ ਜਾਵੇ ਤੇ ਉਹਦੀ ਬਲੀ ਦਿੱਤੀ ਜਾਵੇ। ਮੈਖ ਮੰਗਾਓ ਅੰਗ ਸੰਗ ਰੰਗਾ। ਉਹਨੂੰ ਮੈਖਾ ਕਹਿ ਦਿੰਦੇ, ਮੱਝ ਨੂੰ ਮੈਖੀ ਕਹਿ ਦਿੰਦੇ ਨੇ, ਉਹਨੂੰ ਮੈਖਾ ਕਹਿ ਦਿੰਦੇ। ਮਹਾਰਾਜ ਨੂੰ ਕਹਿੰਦੇ, ਮਹਾਰਾਜ ਉਹ ਮੈਖਾ ਲੈ ਆਈਏ ਇੱਕ, ਜਾਂ ਇਸ ਤਰ੍ਹਾਂ ਕਹਿੰਦੇ ਆ ਵੀ ਇੱਕ ਝੋਟਾ ਜਿਹੜਾ ਉਹ ਲੈ ਕੇ ਆਈਏ ਇੱਥੇ ਤੇ ਉਹਦੀ ਬਲੀ ਦਈਏ। ਤਬ ਸਿੱਖਨ ਸਨ ਗੁਰੂ ਬਖਾਨਾ। ਮਹਾਰਾਜ ਜੀ ਕਹਿੰਦੇ, ਚਲੋ ਪੰਡਤ ਜੀ, ਆ ਵੀ ਠੀਕ ਹੈ, ਮੈਖਾ ਤਾਂ ਮਿਲ ਹੀ ਜਾਏਗਾ ਇਲਾਕੇ ਦੇ ਵਿੱਚ ਫਿਰ ਕੇ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਿੰਘਾਂ ਨੂੰ ਇੱਥੇ ਸ਼ਸਤਰ ਵਿਦਿਆ ਦਾ ਜੋਹਰ ਵਿਖਾਣੇ ਨੇ। ਜੰਗੀ ਕਰਤੱਵ ਹੈ, ਸ਼ਿਕਾਰ ਖੇਡਣਾ, ਤਲਵਾਰ ਕਿਵੇਂ ਚਲਾਉਣੀ ਹੈ, ਤਲਵਾਰ ਦੇ ਨਾਲ ਕਿਵੇਂ ਵਾਰ ਕਰਨੇ ਨੇ, ਉਹਦੇ ਵਾਸਤੇ ਤਰੀਕੇ ਸੀ ਜੰਗੀ ਕਰਤੱਵ ਦੇ। ਇਹ ਕੋਈ ਬਲੀ ਵਗੈਰਾ ਦੇਣ ਦੀ ਮਹਾਰਾਜ ਜੀ ਨੇ ਪਰੰਪਰਾ ਨਹੀਂ ਚਲਾਈ। ਇਹ ਤਾਂ ਸ਼ਸਤਰ ਵਿਦਿਆ ਦਾ ਅਭਿਆਸ ਹੈ ਜਿਹੜਾ ਮਹਾਰਾਜ ਗਰੀਬ ਨਵਾਜ ਜੀ ਆਪਣੇ ਸਿੰਘਾਂ ਕੋਲੋਂ ਕਰਾਉਂਦੇ ਆ। ਜਦੋਂ ਪੰਡਤ ਨੇ ਕਿਹਾ, ਮਹਾਰਾਜ ਜੀ ਮੈਖਾ ਲੈ ਆਈਏ, ਝੋਟਾ ਲਿਆ ਕੇ ਉਹਦੀ ਬਲੀ ਦੇ ਦਿੰਦੇ ਆ, ਤੇ ਬਾਦਸ਼ਾਹ ਨੇ ਆਪਣੇ ਸਿੰਘਾਂ ਨੂੰ ਬਚਨ ਕੀਤਾ, ਲਾਗੇ ਬੈਠਿਆਂ ਨੂੰ ਕਹਿਣ ਲੱਗੇ, ਰਾਮ ਬੰਗੇਰ ਨਿਕਟ ਸਥਾਨਾ। ਉਹਦੇ ਨੇੜੇ ਹੀ ਇੱਕ ਪਿੰਡ ਸੀ ਬੰਗੇਹਰ, ਜਿੱਥੇ ਪਾਤਸ਼ਾਹ ਉਤਰੇ ਹੋਏ ਬਠਿੰਡੇ, ਉਹਦੇ ਨੇੜੇ ਇੱਕ ਪਿੰਡ ਬੰਗੇਹਰ ਪਿੰਡ ਹੈ। ਚੱਲ ਤੁਮ ਜਾਓ ਮੈਖ ਕੋ ਲਿਆਵੋ। ਮਹਾਰਾਜ ਜੀ ਕਹਿੰਦੇ, ਸਿੰਘੋ ਨਾਲ ਲਾਗੇ ਇੱਕ ਪਿੰਡ ਹੈ ਬੰਗੇਹਰ, ਉੱਥੇ ਜਾਓ। ਉੱਥੇ ਇੱਕ ਮੈਖਾ ਫਿਰਦਾ, ਝੋਟਾ ਵਾਰਾ, ਮਾਰ ਖੋਰਾ, ਬੰਦਿਆਂ ਨੂੰ ਮਾਰਦਾ ਨਾਲੇ ਪਰੇਸ਼ਾਨ ਕਰਦਾ। ਤੇ ਉਹਦੇ ਤੋਂ ਨਗਰ ਨਿਵਾਸੀ ਵੀ ਦੁਖੀ ਸਨ। ਪਾਤਸ਼ਾਹ ਕਹਿੰਦੇ ਵੀ ਇਸ਼ਾਰਾ ਕੀਤਾ ਵੀ ਉਹ ਜਿਹੜਾ ਮੈਖਾ ਹੈ ਉਹਨੂੰ ਲੈ ਕੇ ਆਓ, ਇੱਥੇ ਬੰਗੇਹਰ ਪਿੰਡ ਵਿੱਚ ਫਿਰਦਾ। ਤੈਂ ਕੇ ਮਾਲਕ ਸਕਲ ਸੁਣਾਵੋ। ਤੇ ਉੱਥੋਂ ਦੇ ਜਿਹੜੇ ਪਿੰਡ ਦੇ ਮਾਲਕ ਨੇ ਉਹਨਾਂ ਸਾਰਿਆਂ ਨੂੰ ਸੁਣਾ ਕੇ ਲੈ ਕੇ ਆਇਓ, ਚੋਰੀ ਨਹੀਂ ਲਿਆਉਣਾ, ਸਾਰਿਆਂ ਨੂੰ ਦੱਸ ਕੇ ਤੇ ਸੁਣਾ ਕੇ ਲੈ ਕੇ ਆਇਓ। ਪੰਜ ਸਿੰਘ ਗਮਨੇ ਤਿਸ ਕਾਲਾ। ਕਲਗੀਧਰ ਜੀ ਦਾ ਬਚਨ ਪੰਜਾਂ ਸਿੰਘਾਂ ਨੇ ਸੁਣਿਆ।
ਇਹ ਪੰਜ ਸਿੰਘ ਗਏ। ਰਾਹਕ ਖਰੇ ਪਿਖੇ ਤੈਂ ਜਾਲਾ। ਪਿੰਡ ਦੇ ਵਿੱਚ ਕੁਝ ਜ਼ਿਮੀਂਦਾਰ ਖੜੇ ਸੀ, ਮਸ਼ਕਰੀਆਂ ਜੀਆਂ ਕਰਦੇ ਖਲੋਤੇ ਗੁੱਠ ਜੇ ਤੇ। ਉਹ ਇਕੱਠੇ ਜੇ ਹੋਏ 5 10 15 ਜ਼ਿਮੀਂਦਾਰ ਹੋਣਗੇ। ਉਹ ਬੰਗੇਹਰ ਪਿੰਡ ਦੇ ਇੱਕ ਸਾਈਡ ਜੇ ਤੇ ਜਿਵੇਂ ਸੱਥ ਜੀ ਬਣੀ ਹੁੰਦੀ ਆ ਪਿੰਡ ਦੀ, ਉਹਦੇ ਵਿੱਚ ਖੜੇ ਸਨ। ਸਬਨ ਸੰਗ ਤੈਂ ਨਿਕਟੇ ਅਲਾਇਓ। ਇਹ ਜਦੋਂ ਪੰਜ ਸਿੰਘ ਗਏ ਤੇ ਉਹ ਪਿੰਡ ਦੀ ਉਹ ਪੰਚਾਇਤ ਦੇ ਬੰਦੇ ਸੀ, ਸਾਰੇ ਮੁਖੀ ਹੋਣਗੇ ਜ਼ਿਮੀਂਦਾਰ। ਸਿੰਘਾਂ ਨੇ ਜਾ ਕੇ ਉਹਨਾਂ ਨੂੰ ਸੁਣਾਇਆ, ਕਹਿਣ ਲੱਗੇ ਸ਼੍ਰੀ ਗੁਰ ਤੁਮ ਤੇ ਮਹਿਕ ਮੰਗਾਇਓ। ਕਹਿਣ ਲੱਗੇ ਵੀ ਬੰਗੇਹਰ ਵਾਸੀਓ, ਕਲਗੀਧਰ ਜੀ ਨੇ ਤੁਹਾਡੇ ਕੋਲੋਂ ਮਹਿਖਾ ਮੰਗਿਆ। ਮਹਿਖਾ ਯਾਨੀ ਕਿ ਝੋਟਾ, ਇੱਕ ਝੋਟੇ ਦੀ ਮੰਗ ਤੁਹਾਡੇ ਕੋਲੋਂ ਕੀਤੀ ਹੈ। ਬਲੀ ਕੋ ਦੇ ਨਿਕਾਸੇ ਦਿਓ। ਕਿਉਂਕਿ ਸਤਿਗੁਰੂ ਜੀ ਉਹਦੀ ਬਲੀ ਦੇਣਾ ਚਾਹੁੰਦੇ ਆ ਬਠਿੰਡੇ ਦੇ ਕਿਲੇ 'ਚ, ਤੇ ਉੱਥੇ ਜਿਹੜਾ ਉਹ ਭਿਆਨਕ ਕਾਣਾ ਦਿਓ ਵਸਦਾ, ਉਹਨੂੰ ਸਤਿਗੁਰੂ ਜੀ ਨੇ ਕੱਢਣਾ ਹੈ। ਸਭ ਕੋ ਭਲੇ ਹੋਏ ਲੱਖ ਭੇਓ। ਔਰ ਤੁਹਾਡਾ ਭਲਾ ਹੋਵੇਗਾ ਸਾਰਿਆਂ ਦਾ, ਕਿਉਂਕਿ ਉਹ ਦਿਓ ਤੁਹਾਨੂੰ ਸਾਰਿਆਂ ਨੂੰ ਪਰੇਸ਼ਾਨ ਕਰਦਾ, ਤੁਹਾਡੀਆਂ ਫਸਲਾਂ ਤਬਾਹ ਕਰਦਾ, ਉਜਾੜਦਾ, ਅੰਨ ਧਨ ਨਹੀਂ ਉਪਜਣ ਦਿੰਦਾ। ਇਹਦੇ ਨਾਲ ਤੁਹਾਡਾ ਭਲਾ ਹੋਣਾ, ਕਲਗੀਧਰ ਜੀ ਨੇ ਤੁਹਾਡਾ ਭਲਾ ਕਰਨਾ। ਮਹਾਬਲੀ ਅਰ ਮਾਰ ਨਿਹਾਰਾ। ਇਹਨਾਂ ਨੇ ਕੀ ਵੇਖਿਆ ਵੀ ਪਿੰਡ ਦੇ ਵਿੱਚ ਇੱਕ ਮਹਾਬਲੀ ਤੇ ਮਾਰ ਖੋਰਾ ਝੋਟਾ ਫਿਰਦਾ ਸੀ, ਅਵਾਰਾ। ਜਾਟਨ ਕੋ ਦੁਖ ਦਾਨ ਉਦਾਰਾ। ਉਹ ਪਿੰਡ ਦੇ ਸਾਰੇ ਜੱਟਾਂ ਨੂੰ, ਜ਼ਿਮੀਂਦਾਰਾਂ ਨੂੰ ਦੁੱਖ ਦਿੰਦਾ ਸੀ। ਜਿਹੜੇ ਇਹਨਾਂ ਦੇ ਹੋਰ ਸਾਨ ਸਨ ਉਹਨਾਂ ਨੂੰ ਮਾਰਨ ਪੈਂਦਾ ਸੀ, ਬੰਦਿਆਂ ਨੂੰ ਮਾਰਨ ਪੈਂਦਾ ਸੀ, ਫਸਲਾਂ ਤਬਾਹ ਕਰਦਾ ਸੀ। ਬਦਰੀ ਤਰੁ ਸੁਖਰੋ ਖਸੰਤਾ। ਉੱਥੇ ਹੀ ਉਹ ਜਿੱਥੇ ਉਹ ਖੜੇ ਸੀ ਨਾ ਜ਼ਿਮੀਂਦਾਰ, ਕੁਝ ਦੂਰੀ ਤੇ ਇੱਕ ਬੇਰੀ ਦਾ ਦਰਖਤ ਸੀ। ਉਹ ਜਿਹੜਾ ਮਾਰਖੋਰਾ ਸਾਨ ਸੀ ਨਾ ਪਿੰਡ ਦਾ, ਉਸ ਬੇਰੀ ਦੇ ਦਰਖਤ ਦੇ ਮੁੱਢ ਦੇ ਨਾਲ ਘਸਰਦਾ ਪਿਆ ਸੀ। ਇਹਨਾਂ ਨੇ ਵੇਖਿਆ, ਜਿਸ ਦੇਖੇ ਤੇ ਭੈ ਉਪਜੰਤਾ। ਉਹ ਇੰਨਾ ਡਰਾਉਣਾ ਤੇ ਇੰਨਾ ਭਿਆਨਕ ਸੀ, ਮਾਰ ਖੋਰਾ ਸੀ ਤੇ ਬਲ ਬੜਾ ਸੀ ਉਹਦੇ 'ਚ, ਬੜਾ ਮੋਟਾ ਤਾਜ਼ਾ ਸੀ। ਉਹਨੂੰ ਵੇਖ ਕੇ ਹੀ ਡਰ ਆਉਂਦਾ ਸੀ, ਇੰਨਾ ਭਿਆਨਕ ਸੀ, ਇੰਨਾ ਡਰਾਉਣਾ ਸੀ। ਅੱਖਾਂ ਉਹਦੀਆਂ ਲਾਲ ਸੁਰਖ ਤੇ ਚੜੀਆਂ ਰਹਿੰਦੀਆਂ ਸਨ। ਮਤੋ ਮਤਾਏ ਸਬਨ ਮਨ ਜਾਨਾ। ਇਹਨਾਂ ਜ਼ਿਮੀਂਦਾਰਾਂ ਨੇ ਆਪਸ ਵਿੱਚ ਮਤਾ ਪਕਾਇਆ, ਸਲਾਹ ਕੀਤੀ ਤੇ ਮਨ 'ਚ ਜਾਣਿਆ। ਸਿੰਘਨ ਸੰਗ ਹਾਸ ਕੋ ਠਾਨਾ। ਇਹਨਾਂ ਨੇ ਪੰਜ ਸਿੰਘ ਜਿਹੜੇ ਆਏ ਨੇ, ਇਹਨਾਂ ਨਾਲ ਮਸ਼ਕਰੀ ਕਰਨ ਵਾਸਤੇ ਵੀ ਇਹਨਾਂ ਦਾ ਤਮਾਸ਼ਾ ਵੇਖਾਂਗੇ। ਇਹਨਾਂ ਸਿੰਘਾਂ ਦੇ ਨਾਲ ਮਸ਼ਕਰੀ ਕਰਨ ਵਾਸਤੇ ਇਹਨਾਂ ਜ਼ਿਮੀਂਦਾਰਾਂ ਨੇ, ਬੰਗੇਹਰ ਪਿੰਡ ਦਿਆਂ ਨੇ ਜਬ ਛੇਰੇਂਗੇ ਬਲ ਤੇ ਮਾਰੇ। ਸਲਾਹ ਕੀਤੀ ਵੀ ਇਹ ਕਹਿੰਦੇ ਆ ਵੀ ਆਹ ਲੈ ਜਾਓ। ਮਾਰ ਖੋਰਾ ਸੀ, ਉਹ ਤਾਂ ਨੇੜੇ ਨਹੀਂ ਸੀ ਲੱਗਣ ਦਿੰਦਾ ਬੰਦਿਆਂ ਨੂੰ। ਤੇ ਸੋਚਦੇ ਸਨ ਵੀ ਜਦੋਂ ਇਹ ਸਿੰਘ ਜਾਣਗੇ ਇਹਦੇ ਕੋਲ ਤੇ ਉਹ ਮਾਰੇਗਾ ਇਹਨਾਂ ਨੂੰ। ਇਤੇ ਉਤਪਾਜੈ ਸਕਲ ਪਧਾਰੇ। ਜਦੋਂ ਮਾਰੇਗਾ ਤੇ ਦੌੜੇ ਫਿਰਨਗੇ ਜਿਹੜੇ ਸਿੰਘ ਆਏ ਨੇ ਸੱਜੇ ਖੱਬੇ, ਤੇ ਅਸੀਂ ਵੇਖ ਕੇ ਤਾੜੀਆਂ ਮਾਰ ਕੇ ਹੱਸਾਂਗੇ, ਇਹਨਾਂ ਦਾ ਤਮਾਸ਼ਾ ਵੇਖਾਂਗੇ। ਏਦਾਂ ਬੰਗੇਹਰ ਪਿੰਡ ਵਾਲਿਆਂ ਨੇ ਕਰਤੂਤ ਕੀਤੀ। ਖਰੇ ਤਮਾਸ਼ਾ ਦੇਖੇ ਇਹਨਾਂ ਦਾ ਤਮਾਸ਼ਾ ਵੇਖਾਂਗੇ ਇੱਥੇ ਖਲੋ ਕੇ। ਇਹ ਤਮਾਸ਼ਗੀਰ ਲੋਕ ਹੁੰਦੇ ਆ ਬਹੁਤ ਸਾਰੇ। ਕਹਿੰਦੇ ਤਮਾਸ਼ਾ ਵੇਖਾਂਗੇ ਵੀ ਇਹਨਾਂ ਨੂੰ ਕਹਿੰਦੇ ਆ ਵੀ ਉਹ ਲੈ ਜਾਓ ਝੋਟਾ। ਜੇ ਲੈ ਵੀ ਗਏ ਤਾਂ ਵੀ ਭਲਾ, ਨਾ ਲੈ ਗਏ ਤੇ ਤਮਾਸ਼ਾ ਤਾਂ ਹੋਵੇਗਾ ਹੀ ਨਾ, ਝੱਟ ਵੇਖਾਂਗੇ ਅਸੀਂ। ਕਹਿੰਦੇ ਜਦੋਂ ਜਾ ਕੇ ਛੇੜਨਗੇ ਤੇ ਆਪੇ ਇਹਨਾਂ ਨੂੰ ਮਾਰਨ ਪਵੇਗਾ। ਇਹ ਅੱਗੇ ਅੱਗੇ ਦੌੜਨਗੇ, ਅਸੀਂ ਖਿੱਲੀਆਂ ਉਡਾ ਕੇ ਹੱਸਾਂਗੇ ਤਾੜੀਆਂ ਮਾਰ ਕੇ। ਸਿੰਘਨ ਸੰਗ ਊਚ ਤਬਕਾ। ਇਹ ਸਲਾਹ ਕਰਕੇ ਨਾ ਬੰਗੇਹਰ ਪਿੰਡ ਦੇ ਜ਼ਿਮੀਂਦਾਰਾਂ ਨੇ ਸਿੰਘਾਂ ਨੂੰ ਉੱਚੀ ਆਵਾਜ਼ ਵਿੱਚ ਜਵਾਬ ਦਿੱਤਾ ਤੇ ਬੋਲੇ, ਉਤੇਰੋ ਬਦਰੀ ਤਰ ਤਰੇ। ਕਹਿੰਦੇ ਸਿੰਘੋ ਸਾਹਮਣੇ ਵੇਖੋ, ਥੋੜਾ ਜਿਹਾ ਦੂਰੀ ਤੇ ਸੀ। ਕਹਿੰਦੇ ਉਹ ਵੇਖੋ ਦੂਰੀ ਤੇ ਉਹ ਜਿਹੜਾ ਬੇਰੀ ਦੇ ਦਰਖਤ ਥੱਲੇ ਘਸਰ ਰਿਹਾ ਹੈ। ਖਰੋ ਮੈਕ ਲਿਓ ਆਗੇ ਕਰੇ। ਇਹ ਸਾਡੇ ਸਾਰੇ ਪਿੰਡ ਦਾ ਸਾਂਝਾ ਝੋਟਾ ਤੇ ਤੁਸੀਂ ਇਹ ਲੈ ਜਾਓ, ਇਹਨੂੰ ਲੈ ਜਾਓ ਗੁਰੂ ਸਾਹਿਬ ਦੇ ਕੋਲ ਜਿੱਥੇ ਉਹਨਾਂ ਨੇ ਮੰਗਾਇਆ। ਸ਼੍ਰੀ ਗੁਰ ਤੇ ਅਮ ਨਾਹਨ ਰਾਖੇ। ਵੇਖੋ ਜੀ, ਗੁਰੂ ਸਾਹਿਬ ਨੇ ਸਾਡੇ ਕੋਲੋਂ ਮੰਗਿਆ, ਅਸੀਂ ਲੁਕੋ ਕੇ ਨਹੀਂ ਰੱਖਣਾ, ਲੈ ਜਾਓ ਜੀ ਤੁਸੀਂ। ਨਾਲੇ ਏਦਾਂ ਦਿਆਨਤਦਾਰੀ ਵਿਖਾਉਣ ਲੱਗੇ ਆਪਣੀ। ਕਹਿੰਦੇ ਜੀ ਗੁਰੂ ਸਾਹਿਬ ਨੇ ਸਾਡੇ ਕੋਲੋਂ ਮੰਗਿਆ ਤੇ ਬੁਲਾਇਆ, ਅਸੀਂ ਵੀ ਪਰਦਾ ਨਹੀਂ ਰੱਖਿਆ, ਜੇ ਹੈ ਤਾਂ ਤੁਸੀਂ ਲੈ ਜਾਓ। ਕਹਿ ਇਮਹਾਸ ਕਰਨ ਅਬਿਲਾਖੇ। ਏਦਾਂ ਮਨ 'ਚ ਮਖੌਲ ਉਡਾਣ ਦੀ ਬਿਰਤੀ, ਮੂੰਹ ਪੱਕੇ ਜੇ ਕੀਤੇ ਹੋਏ, ਮੂੰਹ ਹੱਸਦੇ ਨਹੀਂ ਹਨ, ਮੂੰਹ ਪੱਕੇ ਜੇ ਬਣਾ ਕੇ ਨਾ
ਇਦਾਂ ਸਿੰਘਾਂ ਨੂੰ ਇਸ਼ਾਰਾ ਕਰਦੇ ਨੇ। ਸੁਨ ਕਰ ਪੰਚੋਂ ਸਿੰਘ ਸਿਧਾਰੇ। ਸੁਣ ਕੇ ਨਾ ਪਿੰਡ ਵਾਲਿਆਂ ਦੀ ਗੱਲ ਤੇ ਉਹ ਪੰਜੇ ਸਿੰਘ ਉਸੇ ਝੋਟੇ ਦੇ ਕੋਲ ਜਿਹੜਾ ਉਹ ਬੇਰੀ ਦੇ ਦਰਖਤ ਥੱਲੇ ਘਸਰ ਰਿਹਾ ਸੀ ਉਹਦੇ ਕੋਲ ਗਏ। ਬਲੀ ਮੈਕ ਜੈ ਖਰੋ ਅਗਾਰੇ। ਬੜਾ ਬਲਵਾਨ ਮੈਖਾ ਸੀ ਉਹ, ਸਰੀਰ ਕੱਦ ਕਾਠੀ ਹਾਥੀ ਵਾਂਗੂ ਹੀ ਲੱਗਦਾ ਸੀ ਉਹ ਤਾਂ, ਮਾਨੋ ਜਿਵੇਂ ਇੱਕ ਛੋਟਾ ਹਾਥੀ ਹੋਵੇ, ਹਾਥੀ ਵਰਗਾ ਹੀ ਆਕਾਰ ਸੀ ਉਹਦਾ। ਕਿਉ ਜਾਏ ਗੁਰ ਤੋਏ ਬੁਲਾਇਓ। ਜਾ ਕੇ ਸਿੰਘਾਂ ਨੇ ਇੰਨਾ ਹੀ ਆਖਿਆ, ਉਹ ਮੈਖਿਆ ਤੈਨੂੰ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਸੱਦਿਆ ਬੁਲਾਇਆ। ਬਸ ਇੰਨਾ ਹੀ ਕਿਹਾ ਸਿੰਘਾਂ ਨੇ, ਤੈਨੂੰ ਕਲਗੀਧਰ ਪਾਤਸ਼ਾਹ ਨੇ ਮੰਗਾਇਆ ਬੁਲਾਇਆ। ਚੱਲ ਆਗੇ ਬਲੀ ਦੇ ਮਨ ਪਾਇਓ। ਚੱਲ ਅੱਗੇ ਚੱਲ ਤੇ ਤੇਰੀ ਕਲਗੀਧਰ ਨੇ ਬਲੀ ਦੇਣੀ ਹੈ, ਤੈਨੂੰ ਮੁਕਤੀ ਦੇਣੀ ਹੈ, ਤੇਰੀ ਮੁਕਤੀ ਦੀ ਵਾਰੀ ਆ ਗਈ ਹੈ। ਇਹੋ ਜੀਆਂ ਜੂਨੀਆਂ 'ਚ ਭਟਕਦਿਆਂ ਤੈਨੂੰ ਬੜਾ ਸਮਾਂ ਹੋ ਗਿਆ, ਚੱਲ ਮੁਕਤੀ ਦਾਤੇ ਆਏ ਨੇ, ਉਹਨਾਂ ਤੇਰੀ ਬਲੀ ਦੇ ਕੇ ਤੈਨੂੰ ਮੁਕਤੀ ਦੇਣੀ ਹੈ। ਇਦਾਂ ਜਦੋਂ ਸਿੰਘਾਂ ਨੇ ਬਚਨ ਕਿਹਾ, ਸੁਨ ਗੁਰ ਨਾਮ ਮੈਕ ਚੱਲ ਪਰਿਓ। ਕਲਗੀਧਰ ਜੀ ਦਾ ਨਾਂ ਸੁਣ ਕੇ ਉਹ ਮੈਖਾ ਚੁੱਪਚਾਪ ਹੋ ਕੇ ਸਿੰਘਾਂ ਦੇ ਅੱਗੇ ਲੱਗ ਕੇ ਟੁਰ ਪਿਆ। ਜਿਹੜਾ ਬੰਦੇ ਨੂੰ ਨੇੜੇ ਨਹੀਂ ਸੀ ਆਉਣ ਦਿੰਦਾ, ਮਾਰਨ ਪੈ ਜਾਂਦਾ ਸੀ, ਮਾਰ ਖੋਰਾ ਸੀ। ਪਿੰਡ ਦੇ ਕਈ ਸਾਨ ਭਿੜ ਭਿੜ ਕੇ ਨੇ ਮਾਰ ਦਿੱਤੇ ਸਨ, ਜਿਵੇਂ ਹੋਰ ਕਈਆਂ ਨੇ ਸਾਨ ਰੱਖੇ ਹੁੰਦੇ ਪਿੰਡਾਂ 'ਚ। ਇਹਨਾਂ ਦੀ ਲੜਾਈ ਬੜੀ ਭਿਆਨਕ ਹੁੰਦੀ ਹੈ। ਜਦੋਂ ਇਹ ਭਿੜਦੇ ਹੈ ਤੇ ਇਹਨਾਂ ਨੂੰ ਛਡਾਣਾ ਬੜਾ ਔਖਾ ਹੋ ਜਾਂਦਾ ਹੈ, ਬੜਿਆਂ ਦਾ ਨੁਕਸਾਨ ਕਰ ਦਿੰਦੇ ਆ। ਤਦੇ ਕਹਾਵਤ ਬਣੀ ਹੋਈ ਆ ਵੀ ਸਾਨਾਂ ਦੇ ਭੇੜ 'ਚ ਨਹੀਂ ਪੈਣਾ ਚਾਹੀਦਾ, ਕਿਉਂਕਿ ਇਹਨਾਂ ਦਾ ਭੇੜ ਹੁੰਦਾ ਬੜਾ ਭਿਆਨਕ ਹੈ। ਛੋਟੇ ਹੁੰਦਿਆਂ ਪਿੰਡਾਂ ਦੇ ਵਿੱਚ ਵੇਖਦੇ ਰਹੇ ਹਾਂ ਕਿ ਕਿਤਨੀ ਭਿਆਨਕ ਇਹਨਾਂ ਦੀ ਭੇੜ, ਬੜੀ ਮਾਰਖੋਰੀ ਬਿਰਤੀ ਹੁੰਦੀ ਹੈ ਇਹਨਾਂ ਦੀ। ਜਦੋਂ ਸਤਿਗੁਰਾਂ ਦਾ ਨਾਂ ਲਿਆ ਨਾ ਤੇ ਕਹਿੰਦੇ ਉਹ ਜਿਹੜਾ ਸਾਨ ਸੀ ਚੁੱਪਚਾਪ ਕਰਕੇ, ਜਿਵੇਂ ਗੁਰੂ ਸਾਹਿਬ ਦਾ ਨਾਂ ਸੁਣ ਕੇ ਇੱਕਦਮ ਸ਼ਾਂਤ ਹੋ ਗਿਆ ਹੋਵੇ। ਜਦੋਂ ਸਿੰਘਾਂ ਕਿਹਾ ਨਾ ਤੈਨੂੰ ਬਾਜਾਂ ਵਾਲੇ ਚੋਜੀ ਪ੍ਰੀਤਮ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੁਲਾਇਆ, ਉਹਨਾਂ ਤੈਨੂੰ ਮੁਕਤ ਕਰਨਾ, ਤੈਨੂੰ ਮੁਕਤੀ ਦੇਣੀ ਹੈ, ਚੱਲ ਟੁਰ। ਬਸ ਇੰਨਾ ਹੀ ਕਿਹਾ ਕੰਨ ਦੇ ਕੋਲ ਜਾ ਕੇ, ਤੇ ਕਹਿੰਦੇ ਉਸੇ ਵੇਲੇ ਉਹ ਅੱਗੇ ਲੱਗ ਕੇ ਟੁਰ ਪਿਆ। ਬਲੀ ਨਿਬਲ ਸਮ ਪਗ ਮਗ ਧਰਿਓ। ਕਹਿੰਦੇ ਹੈ ਬਲੀ, ਪਰ ਜਿਵੇਂ ਕੋਈ ਕਮਜ਼ੋਰ ਜਿਹਾ ਹੁੰਦਾ ਨਾ, ਨਿਰਬਲ ਏਦਾਂ ਹੋ ਕੇ ਚੱਲ ਪਿਆ, ਜਿਵੇਂ ਮੰਨੋ ਕੋਈ ਬਲ ਹੈ ਹੀ ਨਹੀਂ। ਹੈ ਬਲੀ ਪਰ ਨਿਰਬਲ ਹੋ ਕੇ ਟੁਰ ਪਿਆ। ਜਿੱਥੋਂ ਇਹ ਝੋਟਾ ਲਿਆਂਦਾ ਸੀ ਬੰਗੇਹਰ ਪਿੰਡ ਚੋਂ ਸਿੰਘਾਂ ਨੇ, ਉੱਥੇ ਵੀ ਗੁਰਸਥਾਨ ਜਿਹੜਾ ਹੈ ਉਹ ਬਣਿਆ ਹੋਇਆ ਬੰਗੇਹਰ ਪਿੰਡ 'ਚ। ਮੈਂ ਦਰਸ਼ਨ ਤਾਂ ਨਹੀਂ ਕੀਤੇ, ਪਰ ਸਿੰਘ ਦੱਸਦੇ ਆ ਵੀ ਉੱਥੇ ਉਹ ਸਥਾਨ ਜਿਹੜਾ ਉਹ ਬਣਿਆ ਹੋਇਆ ਹੈ। ਤੋ ਇਸ ਪ੍ਰਕਾਰ ਨਾਲ ਕਹਿੰਦੇ ਉਹ ਅੱਗੇ ਜਿਹੜਾ ਹੈ ਤਾਂ ਬਲੀ, ਪਰ ਨਿਰਬਲ ਜਿਹਾ ਹੋ ਕੇ ਟੁਰ ਪਿਆ। ਸਨੇ ਸਨੇ ਚੱਲ ਜਾਤੇ ਅਗਾਰੀ। ਸਨੇ ਸਨੇ ਸਹਿਜੇ ਸਹਿਜੇ ਅੱਗੇ ਅੱਗੇ ਟੁਰਿਆ ਜਾਂਦਾ। ਤਿਮ ਪੰਚੋਂ ਸਿੰਘ ਚਲੇ ਪਿਛਾੜੀ। ਜਿਹੜੇ ਪੰਜੇ ਸਿੰਘ ਨੇ ਉਹ ਪਿੱਛੇ ਪਿੱਛੇ ਜਾ ਰਹੇ ਨੇ। ਰਾਹਕ ਏਰ ਧੋਏ ਹਿਰਾਨੇ। ਉਹ ਜਿਹੜੇ ਮਖੌਲ ਵਡਾਉਣ ਵਾਲੇ ਸੀ ਨਾ ਪਿੰਡ ਦੇ ਰਾਹਕ, ਜਿਹੜੇ ਤਮਾਸ਼ਾ ਵੇਖਣਾ ਚਾਹੁੰਦੇ ਸਨ, ਕਲਾਵਾਨ ਸਤਿਗੁਰੂ ਪਛਾਨੇ। ਉਹਨਾਂ ਦੇ ਵੀ ਹੱਥ ਜੋੜ ਗਏ ਤੇ ਪਛਾਣਿਆ ਕਿ ਕਲਗੀਧਰ ਪਾਤਸ਼ਾਹ ਜੀ ਕਲਾਵਾਨ ਪੁਰਖ ਹਨ, ਵਲੀ ਨੇ, ਕਾਮਲ ਹਨ। ਪਛਤਾਪ ਕਰਤ ਹੀ ਰਹੇ। ਮਨ ਚ ਉਹਨਾਂ ਦੇ ਬੜਾ ਪਛਤਾਪ ਹੋਇਆ ਵੀ ਇਹ ਤਾਂ ਅਸੀਂ ਗੁਰੂ ਪਾਤਸ਼ਾਹ ਦੇ ਸਿੰਘਾਂ ਦੇ ਨਾਲ ਮਖੌਲ ਕਰਨ ਲਈ, ਕਲਗੀਧਰ ਦਾ ਨਾਂ ਸੁਣ ਕੇ ਵੀ ਮਖੌਲ ਕਰਨ ਲਈ ਕੀਤਾ ਸੀ। ਹਸਬੇ ਹੇਤ ਹਮੋ ਕਿਉਂ ਕਹੇ। ਪਛਤਾਵਾ ਕਰਨ ਲੱਗੇ, ਅਸੀਂ ਕਾਹਨੂੰ ਹਾਸਾ ਠੱਠਾ ਕਰਨ ਵਾਸਤੇ ਇਹਨਾਂ ਨੂੰ ਕਹਿਣਾ ਸੀ, ਕਿਉਂ ਅਸੀਂ ਮਖੌਲ ਕਰਨ ਲਈ ਇਹਨਾਂ ਨੂੰ ਏਦਾਂ ਬੋਲਣਾ ਸੀ। ਊਚ ਉਠਾਵਤ ਮੁਖ ਕੋ ਗਇਓ। ਕਿਉਂਕਿ ਸਤਿਪੁਰਸ਼ਾਂ ਨਾਲ ਕੀਤੀ ਮਸ਼ਕਰੀ ਕੁੱਲਾਂ ਗਾਲ ਦਿੰਦੀ ਹੈ। ਸੰਤਨ ਸੇਤੀ ਮਸ਼ਕਰੀ ਕੁੱਲਾਂ ਦੇਵੇ ਗਾਲ। ਮਹਾਂਪੁਰਸ਼ਾਂ ਸਾਧੂਆਂ ਨਾਲ ਕੀਤੀਆਂ ਮਸ਼ਕਰੀਆਂ ਜਿਹੜੀਆਂ ਹੁੰਦੀਆਂ ਉਹ ਕੁੱਲਾਂ ਗਾਲ ਕੇ ਰੱਖ ਦਿੰਦੀਆਂ ਨੇ, ਉਹ ਕੁੱਲਾਂ ਦਾ ਨਾਸ਼ ਕਰਕੇ ਰੱਖ ਦਿੰਦੀਆਂ ਨੇ। ਦੁਰਵਾਸਾ ਸੰਕਰਤ ਠਗੌਰੀ ਯਾਦਵ ਇਹ ਫਲ ਪਾਏ, ਗੁਰਬਾਣੀ ਦਾ ਵੀ ਮਹਾਂਵਾਕ ਹੈ। ਇਹਨਾਂ ਨੇ ਬੜਾ ਪਛਤਾਵਾ ਕੀਤਾ ਬੰਗੇਹਰ ਵਾਸੀਆਂ ਨੇ।
ਮਹਿਕ ਗੁਰੂ ਕੇ ਸਨਮੁਖ ਭਇਓ। ਕਿ ਸਤਿਗੁਰਾਂ ਦਾ ਨਾਂ ਸੁਣ ਕੇ ਜਿਹੜਾ ਮਾਰ ਖੋਰਾ ਮਹਿਖਾ ਸੀ ਇਹ ਸਨਮੁਖ ਹੋ ਕੇ ਚੱਲ ਪਿਆ। ਉਠ ਸ਼੍ਰੀ ਪ੍ਰਭ ਵਿੱਚ ਦੁਰਗ ਪਧਾਰੇ। ਜਦੋਂ ਮਹਿਖਾ ਸਤਿਗੁਰਾਂ ਕੋਲ ਪਹੁੰਚਿਆ ਉਹਨੇ ਸੀਸ ਝੁਕਾਇਆ ਗੁਰਦੇਵ ਨੂੰ। ਆ ਗਏ ਉਹ ਮੁਕਤੀ ਦਾਤੇ, ਆ ਗਏ ਹੋ ਮੈਨੂੰ ਮੁਕਤ ਕਰਨ ਵਾਸਤੇ ਮੇਰੇ ਸਾਹਿਬ ਜੀ। ਬੜਾ ਰੀਝੇ ਹੋ, ਬੜੇ ਪ੍ਰਸੰਨ ਹੋਏ ਹੋ। ਉਹ ਕਹਿੰਦੇ ਮਹਿਖਾ ਆਪਣੇ ਆਪ ਅੱਗੇ ਟੁਰਿਆ ਜਾਂਦਾ ਹੈ। ਪਤਾ ਵੀ ਹੈ ਕਿ ਹੁਣ ਮੈਂ ਮਰਨਾ ਹੈ, ਪਰ ਇੰਨਾ ਪਤਾ ਸੀ ਵੀ ਕਲਗੀਧਰ ਦੀ ਦ੍ਰਿਸ਼ਟੀ ਥੱਲੇ ਮਰਨਾ, ਇਹੋ ਜਿਹਾ ਮਰਨਾ ਕਿੱਥੇ ਲੱਭਣਾ ਹੈ। ਮਰ ਤਾਂ ਉਦਾਂ ਵੀ ਜਾਣਾ ਹੈ। ਬੜਾ ਉਹ ਅੱਗੇ ਅੱਗੇ ਟੁਰਿਆ ਜਾਂਦਾ ਹੈ। ਬਾਕੀ ਸਿੰਘ ਤੇ ਸਤਿਗੁਰੂ ਜੀ ਪਿੱਛੇ ਜਾ ਰਹੇ ਨੇ। ਅਧਿਕ ਉਤੰਗ ਕਰੋ ਦ੍ਰਿੜ ਭਾਰੇ। ਕਿਲੇ ਦੇ ਵਿੱਚ ਗਏ ਤੇ ਕਹਿੰਦੇ ਉੱਚੇ ਥਾਂ ਵੱਲ ਵਧੇ। ਸਨੇ ਸਨੇ ਚੜ ਸ਼ਿਖਰ ਸਿਧਾਰੇ। ਸਹਿਜੇ ਸਹਿਜੇ ਉਚਾਈ ਤੇ ਕਿਲੇ ਦੇ ਵਿੱਚ ਚੜੇ ਜਾਂਦੇ ਹਨ। ਪੀਛੇ ਗਮਨੇ ਸੰਗ ਜਿਸਾਰੇ। ਨਾਲ ਦੇ ਜਿੰਨੇ ਸਤਿਗੁਰਾਂ ਦੇ ਸਾਥੀ ਸਿੰਘ ਨੇ ਪਿੱਛੇ ਪਿੱਛੇ ਜਾ ਰਹੇ ਨੇ। ਉਪਰ ਸੰਗ ਮੈਕ ਪੀ ਗਇਓ। ਕਹਿੰਦੇ ਉਹ ਮਹਿਖਾ ਵੀ ਨਾਲ ਨਾਲ ਉੱਤੇ ਤੱਕ ਗਿਆ। ਸਭ ਮੈਂ ਧੀਰਜ ਧਰ ਥਿਰ ਪਇਓ। ਔਰ ਬੜੇ ਠਰਮੇ ਨਾਲ ਉਹ ਖਲੋਤਾ ਰਿਹਾ ਆਲੇ ਦੁਆਲੇ। ਹਾਲਾਂਕਿ ਬਹੁਤ ਸਾਰੇ ਸਿੰਘ ਨੇ, ਪਸ਼ੂ ਹੈ, ਪਰ ਫਿਰ ਵੀ ਸ਼ਾਂਤ ਹੋ ਕੇ ਖਲੋਤਾ ਹੈ। ਮਲਾਗਰ ਸਿੰਘ ਕੀ ਦਿਸ਼ ਹੀਰਾ। ਮਹਾਰਾਜ ਜੀ ਦਾ ਬੜਾ ਪਿਆਰਾ ਸਿੰਘ ਸੀ ਭਾਈ ਮਲਾਗਰ ਸਿੰਘ। ਕਲਗੀਧਰ ਜੀ ਨੇ ਭਾਈ ਮਲਾਗਰ ਸਿੰਘ ਵੱਲ ਵੇਖਿਆ। ਸ਼੍ਰੀ ਪ੍ਰਭ ਹੁਕਮ ਕਰਿਓ ਤਿਸ ਬੇਰਾ। ਭਾਈ ਮਲਾਗਰ ਸਿੰਘ ਵੱਲ ਵੇਖ ਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਬੋਲੇ, ਕਰ ਝਟਕਾ ਬਲੀ ਦਿਓ ਇਸ ਤਾਈ। ਮਹਾਰਾਜ ਜੀ ਕਹਿੰਦੇ ਮਲਾਗਰ ਸਿਆ ਤਲਵਾਰ ਨਾਲ ਝਟਕਣਾ, ਝਟਕੇਗਾ? ਏਡਾ ਵੱਡਾ ਮਹਿਖਾ ਤਲਵਾਰ ਨਾਲ ਝਟਕਣਾ ਬੜਾ ਔਖਾ ਕੰਮ ਹੈ। ਪਾਤਸ਼ਾਹ ਕਹਿੰਦੇ ਤਲਵਾਰ ਨਾਲ ਝਟਕੇਗਾ, ਵਿਖਾਏਗਾ ਆਪਣੀ ਤਲਵਾਰ ਦੇ ਜ਼ੋਰ। ਏਦਾਂ ਜਦੋਂ ਭਾਈ ਮਲਾਗਰ ਸਿੰਘ ਨੂੰ ਸਤਿਗੁਰਾਂ ਨੇ ਕਿਹਾ, ਬੌਰ ਨਿਕਾਸੇ ਦੇਵ ਇਥਾਈ। ਮਹਾਰਾਜ ਜੀ ਕਹਿੰਦੇ ਇਹਨੂੰ ਝਟਕਾ ਤੇ ਫਿਰ ਇੱਥੇ ਜਿਹੜਾ ਦਿਓ ਰਹਿੰਦਾ ਕਾਣਾ ਉਹਨੂੰ ਕੱਢਾਂਗੇ ਬਾਹਰ। ਮਲਾਗਰ ਸਿੰਘ ਸੁਨ ਤਤਕਾਲਾ। ਭਾਈ ਮਲਾਗਰ ਸਿੰਘ ਨੇ ਜਦੋਂ ਕਲਗੀਧਰ ਜੀ ਦਾ ਹੁਕਮ ਸੁਣਿਆ, ਖੈਂਚ ਨਿਕਾਰਿਓ ਖੜਗ ਕਰਾਲਾ। ਭਾਈ ਮਲਾਗਰ ਸਿੰਘ ਦੇ ਹੱਥ ਵਿੱਚ ਵੱਡਾ ਤੇਗਾ ਸੀ, ਬੜਾ ਬਲੀ ਤੇਗਾ। ਬਲ ਤੇ ਇਸ ਪ੍ਰਕਾਰ ਕੋ ਬਾਇਓ। ਕਹਿੰਦੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਔਰ ਬੜੇ ਬਲ ਨਾਲ ਉਹ ਝੋਟੇ ਨੇ ਵੀ ਆਪਣਾ ਸਿਰ ਅੱਗੇ ਦਿੱਤਾ। ਉਹ ਆਇਆ ਹੀ ਮਰਨ ਵਾਸਤੇ ਸੀ, ਮੁਕਤੀ ਲੈਣ ਵਾਸਤੇ ਸੀ। ਕਹਿੰਦੇ ਤੇਗੇ ਦਾ ਵਾਰ ਬੜੇ ਬਲ ਨਾਲ ਭਾਈ ਮਲਾਗਰ ਸਿੰਘ ਨੇ ਕੀਤਾ। ਸੀਸੇ ਆਜਾਤ ਮੈਕ ਕੋ ਲਾਇਓ। ਤੇ ਕਹਿੰਦੇ ਜਿਵੇਂ ਬੜੇ ਸੌਖੇ ਜੇ ਢੰਗ ਨਾਲ, ਕੋਈ ਪੱਤਾ ਨਹੀਂ ਟਹਿਣੀ ਨਾਲੋਂ ਤੋੜ ਦੇਈਦਾ, ਕਹਿੰਦੇ ਏਦਾਂ ਬੜੇ ਸੌਖੇ ਜੇ ਢੰਗ ਨਾਲ ਹੀ ਉਸ ਝੋਟੇ ਦਾ ਸਿਰ ਲਾ ਕੇ ਥੱਲੇ ਸੁੱਟ ਦਿੱਤਾ। ਪਰਿਓ ਮੁਨ ਇਹ ਤੇਗੇ ਦੇ ਨਾਲ ਵੈਰੀ ਖਾਲਸਾ ਜੀ, ਤਲਵਾਰ ਨਾਲ ਸ਼ੇਰ ਦਾ ਸ਼ਿਕਾਰ ਕਰਨਾ ਵੀ ਗੁਰੂ ਸਾਹਿਬ ਦੇ ਹਿੱਸੇ ਆਇਆ। ਵੱਡੇ ਤੋਂ ਵੱਡੇ ਸੂਰਮੇ ਤਲਵਾਰਾਂ ਨਾਲ ਕਦੇ ਸ਼ੇਰਾਂ ਦਾ ਸ਼ਿਕਾਰ ਨਹੀਂ ਕਰਦੇ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੇ ਸ਼ਿਕਾਰ ਖੇਡੇ ਸ਼ੇਰਾਂ ਦਾ। ਕਲਗੀਆਂ ਵਾਲੇ ਪਾਤਸ਼ਾਹ ਨੇ ਪੌਂਟਾ ਸਾਹਿਬ ਦੀ ਧਰਤੀ ਤੇ ਸ਼ੇਰ ਦਾ ਸ਼ਿਕਾਰ ਕੀਤਾ ਆਪਣੀ ਤਲਵਾਰ ਨਾਲ। ਉੱਥੇ ਗੁਰਦੁਆਰਾ ਸ਼ਿਕਾਰਗਾਹ ਹੱਜ ਵੀ ਮੌਜੂਦ ਆ, ਸੰਗਤਾਂ ਦਰਸ਼ਨ ਕਰਦੀਆਂ। ਇਹ ਸ਼ਸਤਰ ਵਿਦਿਆ ਦੇ ਜਿਹੜੇ ਜੰਗੀ ਕਰਤੱਵ ਨੇ ਗੁਰੂ ਕਲਗੀਧਰ ਜੀ ਨੇ ਆਪਣੇ ਖਾਲਸੇ ਨੂੰ ਬਖਸ਼ੇ ਨੇ। ਤੋ ਕਹਿੰਦੇ ਵੱਡਾ ਤੇਗਾ ਸੀ, ਤੇਗੇ ਨਾਲ ਝੋਟਾ ਵੀ ਬੜਾ ਬਲੀ, ਮੋਟੀ ਗਰਦਨ ਜਿਵੇਂ ਹਾਥੀ ਦੀ ਹੁੰਦੀ ਹੈ। ਕਹਿੰਦੇ ਏਦਾਂ ਸਾਫ਼ ਹੀ ਤੇਗ ਚਲੀ ਗਈ, ਉਹਨੂੰ ਖੂਨ ਤੱਕ ਨਹੀਂ ਲੱਗਾ ਤਲਵਾਰ ਨੂੰ, ਇੰਨੀ ਸਾਫ਼ ਵਗੀ ਵੀ ਉਹਨੂੰ ਸੁਰਖਾ, ਖਾਲਸੇ ਦੇ ਬੋਲੇ 'ਚ ਖੂਨ ਨੂੰ ਸੁਰਖਾ ਕਹਿੰਦੇ ਆ, ਸੁਰਖਾ। ਕਹਿੰਦੇ ਤੇਗੇ ਨੂੰ ਮਾੜਾ ਜਿਹਾ ਸੁਰਖਾ ਤੱਕ ਵੀ ਨਹੀਂ ਲੱਗਾ, ਐਨ ਸਾਫ਼ ਹੀ ਨਿਕਲ ਗਈ। ਇਸ ਪ੍ਰਕਾਰ ਨਾਲ ਕਹਿੰਦੇ ਜਿਹੜਾ ਝੋਟਾ ਸੀ ਉਹਦੀ ਬਲੀ ਦਿੱਤੀ। ਪਰਿਓ ਮੁਨੇਰਨ ਉਪਰ ਭਾਰੀ। ਤੇ ਬੜਾ ਵਜਨ ਸੀ ਇਹਦੇ ਸਰੀਰ ਦਾ, ਕਈ ਮਣਾਂ ਦਾ, ਕਈ ਕੁਆਂਟਲਾਂ ਦਾ, ਕਈ ਟਨ ਵਜਨ ਹੋਣਾ ਇਹਦਾ। ਕਹਿੰਦੇ ਜਿਹੜਾ ਕਿਲੇ ਦਾ ਮੁਨਾਰ ਹੁੰਦਾ ਨਾ, ਕੰਧ ਵੱਡੀ ਚੌੜੀ ਕੰਧ ਸੀ, ਉਹਦੇ ਉੱਤੇ ਹੀ ਪਿਆ ਹੈ। ਦੀਏ ਪ੍ਰਾਣ ਸਤਿਗੁਰੂ ਅਗਾਰੀ। ਸਤਿਗੁਰਾਂ ਦੇ ਸਾਹਮਣੇ ਇਹਨੇ ਆਪਣੇ ਪ੍ਰਾਣ ਤਿਆਗੇ ਹਨ।
ਸਤਿਗੁਰਾਂ ਦੇ ਸਨਮੁਖ ਆਪਣੇ ਪ੍ਰਾਣ ਤਿਆਗੇ ਹਨ। ਮਰਨ ਸੁਧਾਰਿਓ ਆਪਨ ਭਲੇਰੇ। ਆਹ ਭਾਈ ਸਾਹਿਬ ਕਹਿੰਦੇ ਨੇ ਆਪਣਾ ਮਰਨਾ ਸੁਧਾਰ ਲਿਆ। ਕਿੱਥੇ ਮਿਲਦੀ ਇਹੋ ਜੀ ਮੌਤ ਕਿ ਸਹਿਲਾ ਮਰਨਾ? ਆਪਣੇ ਮਾਲਕ ਦੇ ਸਨਮੁਖ ਹੋ ਕੇ ਉਹਦੇ ਚਰਨਾਂ ਵਿੱਚ ਮਰਨਾ। ਇਹੋ ਜੀ ਮੌਤ ਤਾਂ ਕਿਸੇ ਵਿਰਲੇ ਨੂੰ, ਭਾਗਾਂ ਵਾਲੇ ਨੂੰ ਨਸੀਬ ਹੁੰਦੀ ਹੈ। ਸਭ ਇਨ ਮੈਂ ਪ੍ਰਭ ਕਿਓ ਉਚੇਰੇ। ਉੱਚੀ ਆਵਾਜ਼ ਵਿੱਚ ਮਹਾਰਾਜ ਗੁਰੂ ਕਲਗੀਧਰ ਜੀ ਫਿਰ ਬੋਲੇ, ਮਹਿਕ ਮਰੇ ਕੋ ਤਰੇ ਗਿਰਾਵੇ। ਮਹਾਰਾਜ ਜੀ ਕਹਿੰਦੇ ਵੀ ਹੁਣ ਹੋਰ ਵਿਖਾਓ ਕੋਈ ਕਰਤੱਵ। ਇਹ ਜਿਹੜਾ ਮਰਿਆ ਹੋਇਆ ਸਾਹਨ ਪਿਆ ਇਹ ਝੋਟਾ, ਪਾਤਸ਼ਾਹ ਕਹਿੰਦੇ ਵੀ ਕੋਈ ਕੱਲਾ ਸਿੰਘ ਹੋਵੇ ਜਿਹੜਾ ਉਹਨੂੰ ਚੁੱਕ ਕੇ ਬਾਲਾ ਕੱਢ ਕੇ ਥੱਲੇ ਸੁੱਟੇ। ਪਾਤਸ਼ਾਹ ਕਹਿੰਦੇ ਹੁਣ ਹੈ ਕੋਈ ਸਿੰਘ ਤੁਹਾਡੇ ਚੋਂ ਆਵੇ ਕੋਈ? ਏਦਾਂ ਜਦੋਂ ਸਤਿਗੁਰੂ ਜੀ ਨੇ ਉੱਚੀ ਆਵਾਜ਼ 'ਚ ਕਿਹਾ, ਬਲੀ ਏਕ ਦੁਤੀਆ ਨਾ ਕਰ ਲਾਵੇ। ਕਹਿੰਦੇ ਦੂਜਾ ਹੱਥ ਨਾ ਲਾਵੇ, ਇੱਕੋ ਸਿੰਘ ਹੋਵੇ ਬਲੀ, ਉਹ ਇਹਨੂੰ ਚੁੱਕੇ ਤੇ ਚੁੱਕ ਕੇ ਕਿਲੇ ਦੀ ਕੰਧ ਤੋਂ ਥੱਲੇ ਸੁੱਟੇ। ਸੁਨ ਤੂਸ਼ਨ ਹੋਏ ਸਭ ਕੋਈ। ਇਹ ਸੁਣ ਕੇ ਸਾਰੇ ਚੁੱਪ ਕਰ ਗਏ ਵੀ ਇਹਨੂੰ ਕੌਣ ਚੁੱਕੇ? ਇਹਨੂੰ ਤਾਂ 10 ਬੰਦੇ ਨਹੀਂ ਰਲ ਕੇ ਚੁੱਕ ਸਕਣਗੇ, ਕੱਲਾ ਕੌਣ ਚੁੱਕੇ? ਇਹਨੂੰ ਤਾਂ 10-15 ਜਣੇ ਵੀ ਲੱਗ ਕੇ ਨਾ ਚੁੱਕ ਸਕਣਗੇ। ਬੜੇ ਹੈਰਾਨ ਹੋਏ ਸਾਰੇ ਤੇ ਚੁੱਪ ਕਰਕੇ ਖਲੋ ਗਏ। ਸਾਧ ਗੋਦੜੀਆ ਬੋਲੇ ਸੋਈ। ਤੇ ਉਹ ਸਾਧ ਜਿਹੜਾ 21 ਪਾਠ ਪੜ੍ਹਦਾ ਸੀ ਰੋਜ਼ ਜਪਜੀ ਸਾਹਿਬ ਦੇ, ਭਾਈ ਗੋਦੜੀਆ ਸਿੰਘ, ਜਿਹੜਾ ਬੂਟੇ ਪੁੱਟਦਾ ਸਰੋਂ ਦੇ, ਪੁੱਛਿਆ ਕੀ ਪਿਆ ਪੁੱਟਦਾ? ਕਹਿੰਦਾ ਜੜਾਂ ਪਿਆ ਪੁੱਟਦਾ ਆਪਣੀਆਂ। ਉਹ ਸੁੱਖ ਦੁੱਖ ਚ ਇੱਕ ਰਸ ਰਹਿਣ ਵਾਲੀ ਬਿਰਤੀ ਦਾ ਮਾਲਕ ਭਾਈ ਗੋਦੜੀਆ ਸਿੰਘ, ਉਹ ਆਇਆ ਅੱਗੇ। ਹੁਕਮ ਹੋਏ ਤਰ ਇਸੇ ਗਿਰਾਵੋ। ਕਲਗੀਧਰ ਨੂੰ ਮੱਥਾ ਟੇਕਿਆ, ਆਖਿਆ ਸਾਹਿਬ ਹੁਕਮ ਹੋਵੇ ਤੇ ਤੁਹਾਡੇ ਬਲ ਨਾਲ ਮੈਂ ਇਹਨੂੰ ਚੁੱਕ ਕੇ ਥੱਲੇ ਸੁੱਟਦਾ। ਬਲ ਤੁਹਾਡਾ, ਇਹ ਤਾਂ ਇੱਕ ਸਾਨ ਹੈ ਮਹਾਰਾਜ, ਝੋਟਾ ਹੈ। ਤੁਸੀਂ ਹੁਕਮ ਕਰੋ ਤੇ ਸਿਰ ਤੇ ਹੱਥ ਰੱਖ ਦਿਓ, ਮੈਂ ਤਾਂ ਇਹ ਧਰਤੀ ਚੁੱਕ ਲਾਂ। ਬਲ ਤਾਂ ਤੁਹਾਡਾ ਵਰਤਣਾ ਸਤਿਗੁਰੂ ਜੀ। ਮੈਂ ਏਕਾਕੀ ਬਲ ਦਿਖ ਰਹਾ। ਮਹਾਰਾਜ ਮੈਂ ਕੱਲਾ ਹੀ ਇਹ ਬਲ ਵਿਖਾਉਣਾ। ਸ਼ਾਰਤ ਸਮਝਿਓ ਲਿਓ ਉਠਾਏ। ਮਹਾਰਾਜ ਜੀ ਨੇ ਅੱਖ ਨਾਲ ਏਦਾਂ ਇਸ਼ਾਰਾ ਜਿਹਾ ਹੀ ਕੀਤਾ, ਬੋਲੇ ਨਹੀਂ। ਸਾਹਿਬ ਦਾ ਇਸ਼ਾਰਾ ਸਮਝਿਆ ਭਾਈ ਗੋਦੜੀਏ ਨੇ, ਅੰਦਰੋਂ ਅੰਦਰ ਹੀ ਖੇਡ ਵਰਤੀ ਹੈ ਕੋਈ। ਉਹ ਜਿਹੜਾ ਇਸ਼ਾਰਾ ਸੀ ਨਾ ਕਲਗੀਧਰ ਦਾ, ਉਹ ਭਾਈ ਗੋਦੜੀਏ ਨੇ ਸਮਝਿਆ ਵੀ ਹੁਣ ਕੀ ਕਲਾ ਵਰਤਣ ਲੱਗੀ ਹੈ। ਉਹ ਜਾਂ ਭਾਈ ਗੋਦੜੀਆ ਜਾਣਦਾ ਜਿਹਦੇ ਅੰਦਰ ਉਹ ਇਸ਼ਾਰੇ ਦੀ ਕਲਾ ਵਰਤੀ ਹੋਣੀ ਹੈ, ਤੇ ਜਾਂ ਫਿਰ ਕਲਗੀਆਂ ਵਾਲੇ ਪਾਤਸ਼ਾਹ ਜਾਣਦੇ ਨੇ। ਸਾਡੇ ਤਾਂ ਕਹਿਣ ਤੇ ਸੁਣਨ ਵਿੱਚ ਹੀ ਆ ਰਿਹਾ ਹੈ। ਇਸ਼ਾਰਾ ਜਿਹਾ ਹੀ ਕੀਤਾ ਸਤਿਗੁਰਾਂ ਨੇ ਅੱਖ ਨਾਲ, ਬਸ ਪਤਾ ਨਹੀਂ ਕੀ ਕੀਤਾ, ਬਸ ਕਲਾ ਵਰਤ ਗਈ। ਭਾਈ ਗੋਦੜੀਆ ਆਇਆ ਅੱਗੇ ਕਮਰ ਕੱਸਾ ਕਰਕੇ, ਉੱਚ ਮੁਨੇਰੇ ਤੇ ਕੁਛ ਲਿਆਏ। ਕਹਿੰਦੇ ਉੱਚੇ ਮਨੇਰੇ ਤੱਕ ਉਹ ਲੈ ਕੇ ਆਇਆ, ਉਹਨੂੰ ਖਿੱਚ ਕੇ ਪਹਿਲਾਂ ਤਰੇ ਬਗਾਏ ਦੂਰ ਕੋ ਗੇਰਾ। ਕਹਿੰਦੇ ਉੱਚਾ ਮਨੇਰਾ ਸੀ ਕਿਲੇ ਦੀ ਕੰਧ ਦਾ, ਬਿਲਕੁਲ ਕੋਲ ਲਿਆ ਕੇ ਨਾ ਪਹਿਲਾਂ ਖਿੱਚ ਕੇ, ਕੱਲੇ ਨੇ ਖਿੱਚਿਆ, ਫਿਰ ਉਹਨੂੰ ਚੁੱਕਿਆ ਤੇ ਚੁੱਕ ਕੇ ਵਗਾ ਕੇ ਕਹਿੰਦੇ ਕਿਲੇ ਦੀ ਕੰਧ ਤੋਂ ਥੱਲੇ ਜ਼ਮੀਨ ਤੇ ਦੂਰ ਤੱਕ ਸੁੱਟਿਆ। ਬਿਸਮਾਨੇ ਜਬ ਸਭ ਨੇ ਹੇਰਾ। ਜਦੋਂ ਸਭ ਨੇ ਵੇਖਿਆ ਹੈਰਾਨ ਹੋ ਗਏ ਵੀ ਜਿਵੇਂ ਕੋਈ ਛੋਟੀ ਜਿਹੀ 2-4 ਕਿਲੋ ਦੀ ਇੱਟ ਸੁੱਟੀ ਦੀ ਆ, ਪਰ ਏਦਾਂ ਐਡਾ ਵੱਡਾ ਸਾਨ, ਇੰਨਾ ਵਜਨ ਉਹਦਾ, ਉਹ ਚੁੱਕ ਕੇ ਕੰਧ ਤੋਂ ਵਗਾ ਕੇ ਦੂਰ ਮਾਰਿਆ। ਇਤਨੇ ਵਿਖੇ ਦੇਵ ਚੱਲ ਆਇਓ। ਉਹ ਸੁੱਟਿਆ ਹੀ ਇੰਨੇ ਨੂੰ ਜਿਹੜਾ ਉਹ ਕਾਣਾ ਦਿਓ ਸੀ ਉਸ ਕਿਲੇ 'ਚ ਰਹਿਣ ਵਾਲਾ, ਉਹ ਆ ਗਿਆ ਕਲਗੀਧਰ ਦੇ ਚਰਨਾਂ ਵਿੱਚ। ਸ਼੍ਰੀ ਪ੍ਰਭ ਕੋ ਨਿਜ ਦਰਸ ਦਿਖਾਇਓ। ਆ ਕੇ ਸਤਿਗੁਰੂ ਜੀ ਦੇ ਸਾਹਮਣੇ ਹਾਜ਼ਰ ਹੋਇਆ, ਹੱਥ ਜੋੜ ਕਰ ਅਰਜ਼ ਗੁਜ਼ਾਰੀ। ਹੱਥ ਜੋੜੇ ਤੇ ਗੁਰਦੇਵ ਦੇ ਚਰਨਾਂ 'ਚ ਰਜੋਈ ਕੀਤੀ। ਬਾਸਾ ਗੋਇੰਦ ਵਾਲੇ ਅਗਾਰੀ। ਮਹਾਰਾਜ ਸਾਡਾ ਪਹਿਲਾ ਵਾਸਾ ਸਾਡੇ ਪੁਰਖਿਆਂ ਦਾ ਗੋਇੰਦਵਾਲ ਸਾਹਿਬ ਹੁੰਦਾ ਸੀ। ਹਮਰੀ ਜਾਤ ਹਜ਼ਾਰੋਂ ਤੇਰੇ। ਮਹਾਰਾਜ ਸਾਡੀ ਜਾਤ ਦੇ ਹਜ਼ਾਰਾਂ ਹੀ ਉੱਥੇ ਦੇਵ ਭੂਤ ਪ੍ਰੇਤ ਵਸਦੇ ਸੀ ਗੋਇੰਦਵਾਲ ਸਾਹਿਬ। ਮਹਾ ਉਜਾਰ ਨਰਨ ਕੀ ਕਰੇ। ਜਿੱਥੇ ਸਾਰਿਆਂ ਲੋਕਾਂ ਨੂੰ ਉਜਾੜਿਆ ਜਾਂਦਾ ਸੀ, ਅਸੀਂ ਉਜਾੜ ਦਿੰਦੇ ਸੀ। ਗੋਂਦਾ ਵਸਾਉਂਦਾ ਸੀ ਪਿੰਡ, ਅਸੀਂ ਰਾਤੋਂ ਰਾਤ ਢਾ ਦਿੰਦੇ ਸਾਂ, ਉੱਥੇ ਇਲਾਕਾ ਉਜਾੜ ਕੇ ਰੱਖ ਦਿੰਦੇ ਸਾਂ। ਇਤਿਹਾਸ ਵਿੱਚ ਬਚਨ ਆਉਂਦਾ ਹੈ
ਕਿ ਜਿਸ ਵਕਤ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਗੋਇੰਦਵਾਲ ਨਗਰੀ ਵਸਾ ਦਿੱਤੀ ਤੇ ਕੁਝ ਯਾਤਰੂ ਲੰਘੇ ਜਾਣ ਉੱਥੋਂ, ਤੇ ਉੱਥੇ ਕੁਝ ਬੱਚੇ ਖੇਡ ਰਹੇ ਸਨ। ਉਹ ਯਾਤਰੂ ਲੰਘੇ ਜਾਣ ਤੇ ਆਖਣ ਇੱਥੇ ਤਾਂ ਭੂਤ ਪ੍ਰੇਤ ਵਸਦੇ ਸਨ, ਉਹ ਤਾਂ ਪਿੰਡ ਉਜਾੜ ਦਿੰਦੇ ਨੇ। ਉਹ ਬੱਚੇ ਬੋਲੇ, ਕਹਿੰਦੇ ਹੋ ਯਾਤਰੂਓ ਰਾਹਗੀਰੋ, ਇੱਥੇ ਹੁਣ ਦੇਵਤੇ ਰਹਿੰਦੇ ਨੇ, ਕਿਉਂਕਿ ਧੰਨ ਗੁਰੂ ਅਮਰਦਾਸ ਸਾਹਿਬ ਦਾ ਇੱਥੇ ਵਾਸਾ ਹੈ। ਭੂਤ ਪ੍ਰੇਤ ਇੱਥੋਂ ਚਲੇ ਗਏ ਨੇ, ਹੁਣ ਤਾਂ ਇੱਥੇ ਦੇਵਤੇ ਰਹਿੰਦੇ ਆ, ਇੱਥੇ ਗੁਰਬਾਣੀ ਦੀਆਂ ਛਹਿਬਰਾਂ ਲੱਗਦੀਆਂ ਨੇ, ਇੱਥੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬੌਲੀ ਦੇ ਪਾਸ ਬਹਿ ਕੇ ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰਦੇ ਆ। ਇੱਥੇ ਕਿੱਲੀ ਫੜ ਕੇ ਘੰਟਿਆਂ ਬੱਧੇ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਖਲੋਤੇ ਸਾਧਨਾ ਦੇ ਰੰਗ ਚ ਲੀਨ ਰਹਿੰਦੇ ਆ। ਇੱਥੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਬਾਲ ਰੂਪ ਚ ਖੇਡਦੇ ਆ। ਇਹ ਪਵਿੱਤਰ ਨਗਰੀ ਹੈ, ਇੱਥੇ ਨਹੀਂ ਹੁਣ ਦੇਵ ਰਹਿੰਦੇ। ਖਾਲਸਾ ਜੀ ਦੀ ਇਤਿਹਾਸਕ ਘਟਨਾ ਹੈ, ਖਡੂਰ ਸਾਹਿਬ ਜਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਬਿਰਾਜਮਾਨ ਗੁਰੂ ਅਮਰਦਾਸ ਸਾਹਿਬ ਸੇਵਾ ਕਰਦੇ ਸਨ, ਤੇ ਇੱਕ ਗੋਂਦੇ ਨਾਮ ਦਾ ਖੱਤਰੀ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ। ਉਹਨੇ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਮੇਰੀ ਜ਼ਮੀਨ ਹੈ ਬਿਆਸ ਦਰਿਆ ਦੇ ਕੰਢੇ ਤੇ ਮੈਂ ਪਿੰਡ ਵਸਾਉਣਾ, ਤੇ ਦਿਨੇ ਕੰਧਾਂ ਬਣਾਉਂਦੇ, ਰਾਤ ਨੂੰ ਟੱਟ ਜਾਂਦੀਆਂ, ਉੱਥੇ ਭਿਆਨਕ ਭੂਤ ਪ੍ਰੇਤ ਵਸਦੇ ਨੇ, ਮਹਾਰਾਜ ਕਿਰਪਾ ਕਰੋ, ਮੈਂ ਚਾਹੁੰਦਾ ਨਗਰ ਵਸ ਜਾਏ। ਸਤਿਗੁਰੂ ਜੀ ਕਹਿਣ ਲੱਗੇ, ਗੋਂਦਿਆ ਦੱਸ ਪਹਿਲਾਂ ਸੱਚੋ ਸੱਚ ਵੀ ਇਹ ਜ਼ਮੀਨ ਤਾਂ ਤੇਰੀ ਆਪਣੀ ਹੈ, ਹੱਕ ਦੀ ਹੈ? ਕਹਿੰਦਾ ਜੀ ਨਹੀਂ, ਮੈਂ ਕਚਹਿਰੀ ਵਿੱਚ ਜਿੱਤੀ ਆ ਝੂਠੀ ਕਸਮ ਖਾ ਕੇ ਵੀ ਇਹ ਜ਼ਮੀਨ ਮੇਰੀ ਹੈ, ਪਰ ਜਿਨ੍ਹਾਂ ਕੋਲੋਂ ਜਿੱਤੀ ਆ ਉਹਨਾਂ ਦੀ ਵੀ ਕੋਈ ਨਹੀਂ ਸੀ, ਪਰ ਮੈਂ ਕਸਮ ਝੂਠੀ ਖਾਧੀ ਸੀ। ਮਹਾਰਾਜ ਜੀ ਕਹਿੰਦੇ ਤਦੇ ਧਰਮ ਤੋਂ ਬੇਧਰਮੀ ਕੀਤੀ ਆ ਤੈਂ, ਇਹ ਤਾਂ ਇੱਥੇ ਆਣ ਕੇ ਵਸੇ ਨੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਨੇ ਬਾਬੇ ਮੋਹਨ ਜੀ ਹੋਣਾ ਨੂੰ ਕਿਹਾ ਤੁਸੀਂ ਜਾਓ ਗੋਂਦੇ ਨਾਲ। ਬਾਬਾ ਮੋਹਨ ਜੀ ਅਲਮਸਤ ਅਵਸਥਾ ਚੋਂ ਨਹੀਂ ਬੋਲੇ। ਬਾਬੇ ਮੋਹਰੀ ਨੂੰ ਕਿਹਾ ਤੇ ਮੋਹਰੀ ਕਹਿੰਦਾ ਮਹਾਰਾਜ ਮੈਂ ਹੁਣ ਜਾ ਕੇ ਭੂਤਾਂ ਪ੍ਰੇਤਾਂ ਵਿੱਚ ਵਸਾਂ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਉੱਥੇ ਹੀ ਖੜੇ ਨੇ ਤੇ ਗੁਰੂ ਅੰਗਦ ਦੇਵ ਸਾਹਿਬ ਨੇ ਆਖਿਆ ਪੁਰਖਾ ਤੁਸੀਂ ਜਾਓ। ਆਖਿਆ ਮਹਾਰਾਜ ਸਤ ਬਚਨ, ਆਪਣੇ ਹੱਥ ਦੀ ਛੜੀ ਦਿੱਤੀ, ਕਹਿੰਦੇ ਆ ਛੜੀ ਲੈ ਜਾਓ। ਜਦੋਂ ਗੋਇੰਦਵਾਲ ਸਾਹਿਬ ਜਾਓਗੇ, ਗੋਂਦੇ ਦੇ ਨਾਂ ਤੇ ਗੋਇੰਦਵਾਲ ਨਗਰ ਵਸਾਇਓ, ਤੇ ਛੜੀ ਲੈ ਕੇ ਜਿੱਧਰ ਜਿੱਧਰ ਜਾਓਗੇ ਉਹ ਭੂਤ ਪ੍ਰੇਤ ਨੱਠ ਜਾਣਗੇ, ਦਾ ਤੇਜ ਚੱਲ ਨਾ ਸਕਣਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਆਗਿਆ ਲੈ ਕੇ ਸਤ ਬਚਨ ਕਹਿ ਕੇ ਪਹਿਲਾਂ ਪੁੱਠੇ ਪੈਰੀ ਟੁਰੇ ਗੁਰੂ ਅਮਰਦਾਸ ਜੀ, ਕਦੇ ਪਿੱਠ ਦੇ ਕੇ ਨਹੀਂ ਸਨ ਟੁਰਦੇ। ਜਦੋਂ ਤੱਕ ਖਡੂਰ ਸਾਹਿਬ ਦਿਖਣੋਂ ਬੰਦ ਨਹੀਂ ਸੀ ਨਾ ਹੁੰਦਾ, ਉੱਥੇ ਅੱਜ ਕੱਲ੍ਹ ਰਸਤੇ 'ਚ ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਦੇ ਵਿਚਕਾਰ ਸਥਾਨ ਹੈ ਦਮਦਮਾ ਸਾਹਿਬ, ਉੱਥੇ ਆਣ ਕੇ ਫਿਰ ਸਿੱਧੇ ਪੈਰੀ ਹੁੰਦੇ ਸੀ ਗੁਰੂ ਅਮਰਦਾਸ ਸਾਹਿਬ। ਇੰਨੀ ਭਗਤੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਕੀਤੀ ਗੁਰੂ ਅਮਰਦਾਸ ਜੀ ਨੇ। ਉਹ ਛੜੀ ਲੈ ਕੇ ਚੱਲ ਪਏ। ਜਦੋਂ ਛੜੀ ਘੁਮਾਈ ਤੇ ਉਹ ਜਿੰਨੇ ਭੂਤ ਪ੍ਰੇਤ ਵਸਦੇ ਸਭ ਉੱਥੋਂ ਭੱਜ ਗਏ। ਇਹ ਕਾਣਾ ਦੇ ਉਹਨਾਂ ਵਿੱਚੋਂ ਇੱਕ ਸੀ, ਆਪਣੀ ਵਿਥਿਆ ਦੱਸ ਰਿਹਾ। ਕਹਿੰਦਾ ਜੀ ਜਦੋਂ ਗੋਇੰਦਵਾਲ ਸਾਹਿਬ ਸਤਿਗੁਰਾਂ ਨੇ ਵਸਾਇਆ ਸੀ, ਉਸ ਵਕਤ ਸਾਡੀ ਜਾਤ ਦੇ ਹਜ਼ਾਰਾਂ ਹੀ ਭੂਤ ਪ੍ਰੇਤ ਉੱਥੇ ਵਸਦੇ ਸਨ। ਸ਼੍ਰੀ ਅੰਗਦ ਕਰ ਹੁਕਮ ਪਠਾਏ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣਾ ਹੁਕਮ ਕਰਕੇ ਸ਼੍ਰੀ ਗੁਰ ਅਮਰ ਹਮੋ ਪਰ ਆਏ, ਗੁਰੂ ਅਮਰਦਾਸ ਸਾਹਿਬ ਨੂੰ ਭੇਜਿਆ ਸੀ। ਉਹ ਸਾਡੇ ਤੇ ਆਏ ਸਨ। ਸੰਗ ਚਰੀ ਕੇ ਜਾਚਤ ਹਮੇ, ਉਹਨਾਂ ਦੇ ਹੱਥ ਦੇ ਵਿੱਚ ਇੱਕ ਛੜੀ ਸੀ, ਉਸ ਛੜੀ ਨਾਲ ਉਹ ਸਾਨੂੰ ਸਾੜਦੇ ਸਨ। ਪਾਜੇ ਪ੍ਰੇਤ ਸਰਬ ਤੈ ਸਮੇਂ, ਤੇ ਉਸ ਵੇਲੇ ਉਹ ਜਿੰਨੇ ਪ੍ਰੇਤ ਸਨ ਸਾਰੇ ਭੱਜ ਗਏ, ਨੱਠ ਗਏ। ਗਰਭਵਤੀ ਤਬ ਮਾਤੇ ਅਮਾਰੀ, ਉਸ ਵੇਲੇ ਜਿਹੜੀ ਸਾਡੀ ਮਾਈ ਸੀ, ਮੇਰੀ ਮਾਂ ਸੀ, ਉਹ ਗਰਭਵਤੀ ਸੀ। ਪਾਜ ਪ੍ਰਸੂਤੀ ਖੇਤ ਮਜਾਰੀ, ਉਹ ਭੱਜੀ ਜਾਂਦੀ ਖੇਤ ਦੇ ਵਿੱਚ ਪ੍ਰਸੂਤਾ ਹੋਈ। ਫਰਡਾ ਲਗ ਜੁਆਰ ਕੋ ਮੋਰੇ, ਮੇਰਾ ਜਨਮ ਹੋਇਆ ਤੇ ਮੈਂ ਜਦੋਂ ਇੱਕਦਮ ਜ਼ਮੀਨ ਤੇ ਡਿੱਗਾ ਤੇ ਖੇਤ ਦੇ ਵਿੱਚ ਜਿਹੜੀ ਜਿਵੇਂ ਚਰੀ ਵੱਡੀ ਹੁੰਦੀ ਆ ਤਾਂ ਉਹਦਾ ਤਿੱਖਾ ਜਿਹਾ ਫਰੜਾ ਹੁੰਦਾ, ਉਹ ਕਹਿੰਦਾ ਮੇਰੀ ਅੱਖ ਵਿੱਚ ਲੱਗਾ। ਫੂਟੇ ਨੈਣ ਏਕ ਤਿਸ ਬੇਰੇ, ਉਹ ਜਿਹੜਾ ਜਵਾਰ ਦਾ ਫਰੜਾ ਸੀ ਤਿੱਖਾ
ਪੱਖਾ ਜਾ ਉਹ ਮੇਰੀ ਅੱਖ ਦੇ ਵਿੱਚ ਵੱਜਾ ਤੇ ਮੇਰੀ ਇੱਕ ਅੱਖ ਜਿਹੜੀ ਸੀ ਉਹ ਟੁੱਟ ਗਈ। ਉਦੋਂ ਦਾ ਮੈਂ ਕਾਣਾ ਹੋਇਆ, ਮੈਨੂੰ ਤਾਂ ਕਾਣਾ ਦਿਓ ਕਹਿੰਦੇ ਨੇ। ਦੁਤੀਏ ਪ੍ਰਾਤ ਜਨਮਿਓ ਤਬ ਔਰ, ਤੇ ਮੇਰੇ ਨਾਲ ਜੋੜਾ ਜਨਮ ਹੋਇਆ, ਦੂਜੇ ਭਰਾ ਦਾ ਜਿਹੜਾ ਜਨਮ ਹੋਇਆ, ਟੁੰਡਾ ਟੂਟਿਓ ਕਰ ਤਿਸ ਠੌਰ। ਉਹਦੀ ਬਾਂਹ ਟੁੱਟ ਗਈ ਸੀ ਉੱਥੇ ਤੇ ਉਹਨੂੰ ਟੁੰਡਾ ਦਿਓ ਕਿਹਾ ਜਾਂਦਾ। ਤਬ ਤੇ ਅੰਬਾਸੇਸ ਥਾਏ, ਉਦੋਂ ਦੇ ਅਸੀਂ ਇੱਥੇ ਇਸ ਕਿਲੇ ਵਿੱਚ ਆ ਕੇ ਵਸਦੇ ਹਾਂ, ਗੋਇੰਦਵਾਲ ਸਾਹਿਬ ਚੋਂ ਕੱਢੇ ਹੋਏ। ਸੰਮਤ ਸੋਤੇ ਅਧਿਕ ਬਿਤਾਏ, 100 ਸਾਲ ਤੋਂ ਉੱਤੇ ਸਮਾਂ ਹੋ ਗਿਆ ਸਾਨੂੰ ਇੱਥੇ ਵਸਦਿਆਂ। ਇਤ ਪੀ ਬਸਨ ਦੇਤ ਕਿਉ ਨਾ। ਮਹਾਰਾਜ ਹੁਣ ਇੱਥੋਂ ਵੀ ਕੱਢਣ ਆ ਗਏ, ਅਸੀਂ ਕਿੱਥੇ ਜਾਈਏ? ਅਸੀਂ ਵੀ ਤਾਂ ਇਸ ਧਰਤੀ ਦੇ ਹੀ ਵਾਸੀ ਹਾਂ, ਅਸੀਂ ਕਿਹੜੀ ਥਾਂ ਜਾਈਏ ਸਤਿਗੁਰੂ ਜੀ? ਹੁਣ ਇੱਥੋਂ ਵੀ ਕੱਢਣ ਆ ਗਏ ਹੋ। ਕੌਣ ਦੇਸ਼ ਮੈਂ ਹਮ ਚੱਲ ਜਾਈ, ਅਸੀਂ ਹੁਣ ਕਿਹੜੇ ਦੇਸ਼ ਚੱਲ ਕੇ ਜਾਈਏ? ਸ਼੍ਰੀ ਪ੍ਰਭ ਹੁਕਮ ਕੀਨ ਤਿਸ ਤਾਈ। ਕਲਗੀਧਰ ਜੀ ਨੇ ਹੁਕਮ ਕੀਤਾ, ਇਹਨੂੰ ਕਹਿਣ ਲੱਗੇ ਅਬੇ ਕਦੀਮੀ ਬਸੋ ਉਥਾਈ। ਮਹਾਰਾਜ ਕਹਿੰਦੇ ਹੁਣ ਤੈਨੂੰ ਪੱਕਾ ਟਿਕਾਣਾ ਦਿੰਨੇ ਆ। ਫਿਟਕੀ ਪੁਰੀ ਸਿਰੰਦ ਉਜਾਰੋ, ਗੁਰੂ ਮਾਰੀ ਸਰਹੰਦ ਨਗਰੀ ਆ, ਜਾ ਕੇ ਉਹ ਜਾੜ ਕੇ ਥੇ ਬਣਾ ਕੇ ਰੱਖ ਦਿਓ ਉਸ ਨਗਰੀ ਨੂੰ, ਉੱਥੇ ਜਾਓ ਹੁਣ, ਉੱਥੇ ਵਸੋ। ਜੜਾਂ ਉਖਾਰ ਸੁਤਦਰ ਵਡਾਰੋ, ਉਹਦੀਆਂ ਜੜਾਂ ਪੁੱਟ ਕੇ ਸਤਲੁਜ ਦਰਿਆ 'ਚ ਸੁੱਟ ਦਿਓ। ਨੈ ਤੈ ਤੇ ਕੋ ਬਸਤ ਹਟਾਵੇ, ਉੱਥੇ ਤੁਹਾਨੂੰ ਵਸਦਿਆਂ ਨੂੰ ਨਹੀਂ ਕੋਈ ਹਟਾਵੇਗਾ, ਪਰ ਜਿੱਥੇ ਸਾਡੇ ਸਾਹਿਬਜ਼ਾਦਿਆਂ ਲਾਲਾਂ ਦੀ ਸ਼ਹੀਦੀ ਹੋਈ ਹੈ ਉਸ ਇਲਾਕੇ ਵਿੱਚ ਤੁਹਾਡਾ ਜ਼ੋਰ ਨਹੀਂ ਚੱਲੇਗਾ। ਸਦਾ ਬਾਸ ਤੁਮਰੋ ਬਨ ਆਵੇ, ਉੱਥੇ ਸਰਹੰਦ ਬੜਾ ਵੱਡਾ ਨਗਰ ਸੀ, ਇਹ ਸਰਹੰਦ ਹੁਣ ਤਾਂ ਨਿੱਕੀ ਜਿਹੀ ਨਗਰੀ ਰਹਿ ਗਈ ਹੈ। ਪਾਤਸ਼ਾਹ ਕਹਿੰਦੇ ਉੱਥੇ ਤੁਹਾਡਾ ਨਿਵਾਸ ਹੋਵੇਗਾ, ਕੋਈ ਨਹੀਂ ਕੱਢੇਗਾ ਤੁਹਾਨੂੰ। ਨਿਕਸੋ ਅਬ ਬਿਲੰਬ ਨੈ ਕੀਜੈ, ਹੁਣ ਆਹ ਕਿਲਾ ਖਾਲੀ ਕਰੋ ਤੇ ਬਿਨਾਂ ਦੇਰੀ ਤੋਂ ਨਿਕਲ ਜਾਓ। ਇਹ ਸਭ ਹਮਰੋ ਦੇਸ਼ ਲਖੀਜੈ, ਹੁਣ ਇਹ ਜੰਗਲ ਨਹੀਂ ਰਿਹਾ, ਇਹ ਸਾਡਾ ਦੇਸ਼ ਮਾਲਵਾ ਹੋ ਗਿਆ, ਇਹ ਗੁਰੂ ਕਲਗੀਧਰ ਦਾ ਮਾਲਵਾ ਹੈ। ਜੰਗਲ ਨਾਮ ਭਾਖ ਤੇ ਜੋਏ, ਜਿਹੜੇ ਇਹਨੂੰ ਜੰਗਲ ਕਹਿੰਦੇ ਸਨ, ਆਨੰਦ ਕਨੋ ਮਾਲਵਾ ਹੋਏ। ਕਹਿੰਦੇ ਘਣੇ ਆਨੰਦ ਵਾਲਾ ਗੁਰੂ ਕਾ ਮਾਲਵਾ ਹੋ ਗਿਆ, ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਮਾਲਵਾ ਹੋ ਗਿਆ। ਸੁਨ ਬੋਲਿਓ ਮੈਂ ਛੁਦਾ ਸਮੇਤ, ਇਹ ਬੋਲਿਆ ਮਹਾਰਾਜ ਮੈਂ ਭੁੱਖਾ ਹਾਂ, ਪਹੁੰਚਿਓ ਜਾਏ ਨਹੀਂ ਇਸ ਹੇਤ। ਇਥੋਂ ਲੰਮਾ ਪੈਂਡਾ ਤੈਅ ਕਰਨਾ, ਮੈਂ ਕਿਵੇਂ ਪਹੁੰਚਾਂ? ਹੁਕਮ ਅਗਾਵਨ ਕੋ ਕਹਿ ਦੀਜੈ, ਮੈਨੂੰ ਹੁਕਮ ਕਰ ਦਿਓ ਵੀ ਮੈਂ ਆਪਣੀ ਖੁਰਾਕ ਰਸਤੇ 'ਚ ਖਾ ਲਵਾਂ, ਪੁਨ ਮੋਕੋ ਇਤ ਤੇ ਨਿਕਸੀਜੈ। ਫਿਰ ਮੈਂ ਇੱਥੋਂ ਨਿਕਲ ਜਾਵਾਂ। ਸ਼੍ਰੀ ਮੁਖ ਤੈ ਕੇ ਸਾਥ ਬਖਾਨਾ, ਸਤਿਗੁਰੂ ਜੀ ਬੋਲੇ ਨੂੰ ਕਹਿਣ ਲੱਗੇ ਕਾਣੇ ਦਿਓ ਨੂੰ, ਆਗੇ ਕਾਂ ਕਰਤ ਤੋ ਖਾਨਾ। ਮਹਾਰਾਜ ਕਹਿੰਦੇ ਅੱਗੇ ਕੀ ਖਾਂਦਾ ਹੁੰਨਾ? ਆਜ ਨਹੀਂ ਕੈਸੇ ਤੁਮ ਤੇ ਬਨਿਓ, ਅੱਜ ਤੂੰ ਕਿਉਂ ਨਹੀਂ ਖਾਦਾ? ਸੁਨ ਕੈ ਦੇਵ ਗੁਰੂ ਸੰਗ ਪਨਿਓ। ਸੁਣ ਕੇ ਦਿਓ ਬੋਲਿਆ, ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਫਿਰ ਕੈ ਇਸ ਦੇਸ਼, ਕਹਿਣ ਲੱਗਾ ਜਿਸ ਦੇਸ਼ ਵਿੱਚ ਫਿਰ ਕੇ ਵਿਚਰਤ ਜਿਤ ਕਿਤ ਖਾਤ ਵਿਸ਼ੇਸ਼। ਜਿੱਧਰ ਕਿੱਧਰ ਵਿਚਰ ਕੇ ਜੋ ਵਿਸ਼ੇਸ਼ ਮਿਲਦਾ ਉਹ ਮੈਂ ਖਾਂਦਾ ਹਾਂ। ਅੰਨ ਹਜ਼ਾਰੋਂ ਮਣ ਕੋ ਭੋਜ, ਹਜ਼ਾਰਾਂ ਮਣਾਂ ਦਾ ਅੰਨ ਭੋਜਨ ਜਿਹੜਾ ਅਸੀਂ ਖਾਂਦੇ ਹਾਂ। ਦੇਖਤ ਫਿਰੋਂ ਅਸੁਚ ਹੋਏ ਸੋ ਜਨ, ਤੇ ਖਾਂਦੇ ਕਿੱਥੇ ਆ? ਜਿੱਥੇ ਪਾਪੀ ਅਸੁੱਚ ਲੋਕ, ਜਿੱਥੇ ਪਵਿੱਤਰਤਾ ਨਹੀਂ, ਜਿਸ ਘਰ ਵਿੱਚ, ਜਿਨ੍ਹਾਂ ਘਰਾਂ ਵਿੱਚ ਝੂਠ ਹੈ, ਜਿਨ੍ਹਾਂ ਘਰਾਂ ਵਿੱਚ ਮਾੜੇ ਭੈੜੇ ਕਰਮ ਹੁੰਦੇ ਆ, ਜਿਨ੍ਹਾਂ ਘਰਾਂ 'ਚ ਲੋਕ ਸ਼ਰਾਬਾਂ ਪੀਂਦੇ ਆ, ਬਦ ਫੈਲੀਆਂ ਕਰਦੇ ਆ, ਅਸੀਂ ਉੱਥੇ ਜਾ ਕੇ ਆਪਣੀ ਖੁਰਾਕ ਖਾਂਦੇ ਆ, ਉੱਥੇ ਜਾ ਕੇ ਅਸੀਂ ਵਸਦੇ ਹਾਂ। ਸਤਿਗੁਰ ਅਰ ਹਰ ਨਾਮ ਨ ਕਹੇ, ਆਹਾ, ਜਿਹੜੇ ਨਾਮ ਜਪਦੇ ਨੇ ਨਾ ਗੁਰੂ ਵਾਲੇ ਨੇ, ਉਹਨਾਂ ਦੇ ਕੋਲ ਤਿਨ ਤੇ ਛੀਨ ਖਾਤ ਅਮਰੇ, ਉਹਨਾਂ ਕੋਲੋਂ ਖੋ ਕੇ ਅਸੀਂ ਖਾਂਦੇ ਰਹੇ ਹਾਂ ਹੁਣ ਤਾਈਂ। ਆਜ ਪ੍ਰਾਤ ਹੀ ਮੋਏ ਨਿਕਾਰੋ, ਅੱਜ ਤੁਸੀਂ ਸਵੇਰੇ ਸਵੇਰੇ ਹੀ ਆ ਗਏ ਹੋ ਮਹਾਰਾਜ, ਹਾਲੇ ਤਾਂ ਭੋਜਨ ਖਾਦਾ ਹੀ ਨਹੀਂ ਸੀ ਤੇ ਸਵੇਰੇ ਹੀ ਮੈਨੂੰ ਕੱਢਣ ਆ ਗਏ ਹੋ। ਨੈ ਕਿਤ ਤੇ ਕਰ ਲੀ ਨਿਆਰੋ, ਮਹਾਰਾਜ ਮੈਂ ਕਿਤੋਂ ਕੋਈ ਆਹਾਰ ਨਹੀਂ ਕੀਤਾ। ਸ਼੍ਰੀ ਮੁਖ ਕਹਿਓ ਅਬੇ ਤੂੰ ਜਾਓ, ਮਹਾਰਾਜ ਜੀ ਕਹਿਣ ਲੱਗੇ ਚੰਗਾ ਵੀ ਹੁਣ ਤੂੰ ਜਾ ਇੱਥੋਂ। ਹੈ ਮਸੂਰਪੁਰ ਤੁਮਰੇ ਰਾਓ, ਤੇਰੇ ਰਸਤੇ ਵਿੱਚ ਇੱਕ ਪਿੰਡ ਆਵੇਗਾ ਮਸੂਰਪੁਰ, ਇਧਰ ਨਾਭੇ ਦੇ ਹਲਕੇ ਵਿੱਚ ਨਗਰ ਹੈ, ਉਹ ਮਨਸੂਰਪੁਰ ਇੱਕ ਨਗਰ ਆਵੇਗਾ। ਕਹਾਂ ਦੁਪਹਿਰਾ ਕਰ ਬਿਸਰਾਮੂ, ਉੱਥੇ ਤੂੰ ਦੁਪਹਿਰਾ ਆਰਾਮ ਕਰ ਲਵੀਂ ਆਪਣਾ, ਸੰਧਿਆ ਕੋ ਸਿਰੰਦ ਕਰ ਤਾਬੂ, ਔਰ ਸ਼ਾਮ ਤਾਈਂ ਸਰਹੰਦ ਚਲਾ ਜਾਈਂ। ਸੁਨਤ ਹੁਕਮ ਕੋ ਕੀਨ ਪਿਆਨਾ, ਸਤਿਗੁਰਾਂ ਦਾ ਹੁਕਮ ਸੁਣ ਕੇ ਦਿਓ ਚੱਲਿਆ, ਕਰ ਬੰਧਨ ਨਿਜੇਤ ਕੋ ਮਾਨਾ, ਔਰ ਸਤਿਗੁਰਾਂ ਨੂੰ ਬੰਦਨਾ ਕਰਕੇ ਆਪਣਾ ਹਿੱਤ ਮੰਨਿਆ। ਸ਼੍ਰੀ ਪ੍ਰਭ ਕੀਨ ਤਿਸੀ ਥਲ ਡੇਰਾ, ਸਤਿਗੁਰਾਂ ਨੇ ਬਠਿੰਡੇ
ਕਿਸੇ ਦੇ ਕਿਲੇ ਦੇ ਅੰਦਰ ਹੀ ਹੁਣ ਡੇਰਾ ਕੀਤਾ। ਬਿਸਮਤ ਲੋਕ ਸੁਨਤ ਜਿਨ ਏਰਾ, ਜਿਨ੍ਹਾਂ ਜਿਨ੍ਹਾਂ ਦਰਸ਼ਨ ਕੀਤੇ ਸਭ ਹੈਰਾਨ ਹੋਏ। ਮਹਾਰਾਜ ਕੀ ਉਸਤਤੀ ਸੁਨਾਵੇ, ਸਤਿਗੁਰਾਂ ਦੀ ਉਸਤਤੀ ਸੁਣਾਉਂਦੇ ਹਨ। ਇਨਕੇ ਕਾਜ ਇਨੋ ਬਾਨਿਆ, ਕਹਿੰਦੇ ਇਹਨਾਂ ਦੇ ਕਾਰਜ ਜਿਨ੍ਹਾਂ ਨੂੰ ਬਣ ਆਉਂਦੇ ਨੇ, ਜੰਗਲ ਨੂੰ ਗੁਰੂ ਜੀ ਨੇ ਗੁਰੂ ਕਾ ਮਾਲਵਾ ਬਣਾ ਦਿੱਤਾ ਹੈ। ਇਹ ਜੰਗਲ ਦਾ ਇਲਾਕਾ ਗੁਰੂ ਕਾ ਮਾਲਵਾ ਬਣ ਗਿਆ, ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਮਾਲਵਾ ਬਣ ਗਿਆ। ਐਸੇ ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤ ਕਥਾ ਨੂੰ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ, ਹੈ ਪੂਰਨ ਹੈ ਸਰਬ ਮੈਂ, ਭਜਨ ਗੁਣ ਦਾਸ, ਹੈ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਸਦਾ ਬਵੇਕ, ਹੈ ਅਪਰੰਪਰ ਹਰ ਹਰੇ, ਸੰਤਹ ਕੈ ਸਦਾ ਸੰਗ, ਏ ਠਾਕੁਰ ਹੋ ਦਾਸਰੋ, ਨਾਨਕ ਦੀਜੈ ਨਾਮਦਾਨ, ਆਏ ਪ੍ਰਭ ਸ਼ਰਨਾਗਤੀ, ਏਕ ਅੱਖਰ ਹਰ ਮਨ ਬਸਤ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।